ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਸਟ ਵੀਕ 15ਵੀਂ ਤੇ 16ਵੀਂ ਪੌੜੀ ਆਪਾਂ ਵਿਚਾਰੀ ਸੀ, ਜਿਹਦੇ ਵਿੱਚ ਭਾਈ ਸਾਹਿਬ ਜੀ ਨੇ ਸਮੇਂ ਦਾ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਦਾ ਸਮਾਂ। ਪਹਿਲਾਂ ਸ਼ਾਸਤਰਾਂ ਦਾ ਜ਼ਿਕਰ ਸੀ, ਉਸ ਤੋਂ ਬਾਅਦ ਸਮਝਾਉਣ ਦੀ ਖਾਤਰ ਕਿ ਚੰਗੀ ਤਰ੍ਹਾਂ ਸਮਝ ਪੈ ਜਾਵੇ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਦੁਨੀਆ ਦੇ ਵਿੱਚ, ਕੀ ਕੀ ਹੋ ਰਿਹਾ ਸੀ, ਆਮ ਲੋਕਾਂ ਦੀ ਸੋਚ ਕਿਸ ਤਰ੍ਹਾਂ ਦੀ ਹੋ ਚੁੱਕੀ ਸੀ ਤੇ ਉਹਨਾਂ ਦੀ ਸੋਚ ਦੇ ਅਕੋਰਡਿੰਗਲੀ ਡੈਸਟੀਨੇਸ਼ਨ ਜਿਹੜੀ ਮੰਜ਼ਿਲ ਹੈ ਉਹ ਕੀ ਸੀ ਉਹਨਾਂ ਦੀ। ਉਹ ਸਭ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਲਾਸਟ ਪੌੜੀਆਂ 'ਚ ਕੀਤਾ ਸੀ। ਅੱਜ ਦੀਆਂ ਜਿਹੜੀਆਂ ਆਪਾਂ ਦੋ ਪੌੜੀਆਂ ਵਿਚਾਰ ਰਹੀਆਂ ਨੇ, 17ਵੀਂ ਤੇ 18ਵੀਂ, ਇਹਨਾਂ ਦੇ ਵਿੱਚ ਵੀ ਤਕਰੀਬਨ ਉਸੇ ਕੁ ਸਮੇਂ ਦਾ ਹਾਲ ਭਾਈ ਸਾਹਿਬ ਜੀ ਬਿਆਨ ਕਰਨਗੇ ਕਿ ਲੋਕ ਕਿਸ ਤਰ੍ਹਾਂ ਦੇ ਸੀ ਉਹਨਾਂ ਸਮਿਆਂ ਦੇ ਵਿੱਚ, ਕੀ ਕੀ ਕਰਦੇ ਪਏ ਸੀ ਤੇ ਕਿਸ ਤਰ੍ਹਾਂ ਦਾ ਜੀਵਨ ਸੀ ਲੋਕਾਂ ਦਾ। ਸੋ ਇਹ ਸਭ ਕੁਝ ਆਪਾਂ ਵਿਚਾਰਨ ਤੋਂ ਪਹਿਲਾਂ ਜਿਹੜੀ 17ਵੀਂ ਪੌੜੀ ਹੈ ਉਹਦਾ ਪਾਠ ਰਲ ਮਿਲ ਕੇ ਸਾਰੇ ਕਰ ਲਈਏ। ਉਸ ਤੋਂ ਬਾਅਦ ਆਪਾਂ ਵਿਚਾਰ ਆਰੰਭ ਕਰਾਂਗੇ ਜੀ। ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੁਗ ਗਰਦੀ ਜਬ ਹੋਵੇ ਉਲਟੇ ਜੁਗ ਕਿਆ ਹੋਏ ਵਰਤਾਰਾ, ਉੱਠੇ ਗਿਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ, ਵਰਨਾ ਵਰਨ ਨਾ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ, ਨਿੰਦਿਆ ਚੱਲੇ ਵੇਦ ਕੀ ਸਮਝਣ ਨਹਿ ਅਗਿਆਨ ਗੁਬਾਰਾ, ਵੇਦ ਗ੍ਰੰਥ ਗੁਰ ਹੱਟ ਹੈ ਜਿਸ ਲਗ ਭਵਜਨ ਪਾਰ ਉਤਾਰਾ, ਸਤਿਗੁਰ ਬਾਝ ਨਾ ਬੁੱਝੀ ਹੈ ਜਿਚਰ ਧਰੇ ਨਾ ਪ੍ਰਭ ਅਵਤਾਰਾ, ਗੁਰ ਪਰਮੇਸ਼ਰ ਇੱਕ ਹੈ ਸੱਚਾ ਸ਼ਾਹ ਜਗਤ ਵਣਜਾਰਾ, ਚੜੇ ਸੂਰ ਮਿਟ ਜਾਏ ਅੰਧਾਰਾ, ਚੜੇ ਸੂਰ ਮਿਟ ਜਾਏ ਅੰਧਾਰਾ। ਜੁਗ ਗਰਦੀ, ਜੁਗ ਗਰਦੀ ਦਾ ਮਤਲਬ ਹੁੰਦਾ ਜੀ ਜਦੋਂ ਯੁੱਗ ਚੇਂਜ ਹੁੰਦਾ ਹੈ। ਜੇ ਵਰਡ ਮੀਨਿੰਗ ਕਰੀਏ ਜਦੋਂ ਯੁੱਗ ਚੇਂਜ ਹੁੰਦਾ ਹੈ, ਜਦੋਂ ਸਮਾਂ ਬਦਲਦਾ ਹੈ। ਤੇ ਮੇਰੇ ਖਿਆਲ ਹੈ ਕਿ ਤੁਹਾਨੂੰ ਯਾਦ ਹੀ ਹੋਏਗਾ ਜਦੋਂ ਯੁੱਗਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਆਪਣੀਆਂ ਆਰੰਭ ਵਾਲੀਆਂ ਪੌੜੀਆਂ 'ਚ ਕੀਤਾ ਸੀ, ਤੇ ਉੱਥੇ ਮੈਂ ਇਹ ਬੇਨਤੀ ਕੀਤੀ ਸੀ ਕਿ ਯੁੱਗ ਦਾ ਸੰਬੰਧ ਇਨਸਾਨ ਦੀ ਆਪਣੀ ਸੋਚ ਦੇ ਨਾਲ ਹੈ, ਸਮੇਂ ਦੇ ਨਾਲ ਨਹੀਂ ਹੈ। ਉਹ ਵੱਖਰੀ ਗੱਲ ਹੈ ਕਿ ਕਿਸੇ ਧਰਮ ਦੇ ਵਿੱਚ ਇਹਨਾਂ ਯੁੱਗਾਂ ਨੂੰ ਪੂਰੀ ਮਾਨਤਾ ਦਿੱਤੀ ਜਾਂਦੀ ਹੈ। ਉਹ ਮੰਨਦੇ ਨੇ ਕਿ ਸਤਯੁੱਗ ਵੀ ਹੋਇਆ, ਤ੍ਰੇਤਾ ਵੀ ਹੋਇਆ, ਦੁਆਪਰ ਵੀ ਸੀ, ਹੁਣ ਕਲਯੁੱਗ ਚੱਲਦਾ ਪਿਆ ਤੇ ਕਲਯੁੱਗ ਦੀ ਉਮਰ ਜਿਹੜੀ ਹੈ ਉਹ ਸਭ ਤੋਂ ਘੱਟ ਮੰਨੀ ਗਈ। ਤੇ ਜਦੋਂ ਇਹ ਉਮਰ ਖਤਮ ਹੋ ਜਾਏਗੀ, ਉਹਨਾਂ ਦਾ ਮੰਨਣਾ ਹੈ ਕਿ ਫਿਰ ਦੁਬਾਰਾ ਸਤਯੁੱਗ ਜਿਹੜਾ ਉਹ ਆਏਗਾ। ਫਿਰ ਉਹਨਾਂ ਯੁੱਗਾਂ ਦੇ ਨਾਲ ਸੰਬੰਧਿਤ ਵੱਖ-ਵੱਖ ਅਵਤਾਰ ਵੀ, ਉਹਨਾਂ ਦਾ ਜ਼ਿਕਰ ਵੀ ਮਿਲੇਗਾ ਤੁਹਾਨੂੰ ਹਿੰਦੂ ਧਰਮ ਦੇ ਵਿੱਚੋਂ। ਤੇ ਕਲਯੁੱਗ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇੱਕ ਅਵਤਾਰ ਅਜੇ ਆਉਣਾ ਹੈ, ਇੱਕ ਅਵਤਾਰ ਅਜੇ ਆਉਣਾ ਹੈ। ਉਸ ਅਵਤਾਰ ਦਾ ਨਾਮ ਕਲਕੀ ਅਵਤਾਰ ਕਰਕੇ ਤੁਹਾਨੂੰ ਪੜ੍ਹਨ ਨੂੰ ਮਿਲੇਗਾ। ਸੋ ਉਹਨਾਂ ਦੀ ਇਹ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਮਿਲਦਾ ਉਹ ਗੱਲ ਹੈ। ਆਉਣਾ ਹੈ ਨਹੀਂ ਆਉਣਾ ਇਹ ਬਾਤ ਦੀ ਗੱਲ ਹੈ, ਉਹਨਾਂ ਦਾ ਬਿਲੀਵ ਹੈ, ਆਪਾਂ ਉਹਦੇ ਬਾਰੇ ਕੋਈ ਪੁਆਇੰਟ ਫਿੰਗਰ ਨਹੀਂ ਕਰ ਸਕਦੇ। ਪਰ ਜਿਹੜੀ ਮੇਨ ਗੱਲ ਹੈ ਜੋ ਗੁਰਮਤਿ ਦੇ ਥਰੂ ਸਾਨੂੰ ਸਮਝ ਪੈਂਦੀ ਹੈ ਉਹ ਇਹੀ ਹੈ ਕਿ ਯੁੱਗਾਂ ਦਾ ਜਿਹੜਾ ਸੰਬੰਧ ਹੈ ਨਾ ਉਹ ਸਮੇਂ ਦੇ ਨਾਲ ਨਹੀਂ, ਇਨਸਾਨੀ ਸੋਚ ਦੇ ਨਾਲ ਹੈ। ਤੇ ਹੁਣ ਜਦੋਂ ਭਾਈ ਸਾਹਿਬ ਜੀ ਇੱਥੇ ਕਹਿੰਦੇ ਨੇ ਕਿ ਜੁਗ ਗਰਦੀ ਜਬ ਹੋਵੇ ਉਲਟੇ ਜੁਗ ਕਿਆ ਹੋਏ ਵਰਤਾਰਾ, ਜਦੋਂ ਸਮਾਂ ਚੇਂਜ ਹੁੰਦਾ ਹੈ। ਚਲੋ ਇੱਥੇ ਆਪਾਂ ਵਰਡ ਮੀਨਿੰਗ ਦੇ ਅਕੋਰਡਿੰਗਲੀ ਇੱਕ ਪਲ ਵਾਸਤੇ ਚੱਲੀਏ ਤੇ ਇਹ ਮੰਨ ਲਈਏ ਕਿ ਜਦੋਂ ਯੁੱਗ ਚੇਂਜ ਹੁੰਦਾ ਹੈ, ਯੁੱਗ ਚੇਂਜ ਹੋਣ ਦੇ ਨਾਲ ਫਿਰ ਹੁੰਦਾ ਕੀ ਹੈ ਕਿ ਇਸ ਧਰਤੀ ਦੇ ਉੱਤੇ ਹਿੰਦੀ ਜੀ ਕਹਿੰਦੇ ਨੇ ਪ੍ਰਲਯ ਆ ਜਾਂਦਾ ਹੈ, ਕਿ ਇੱਥੇ ਕੋਈ ਅਰਥਕਵੇਕ ਆ ਜਾਂਦਾ ਹੈ, ਧਰਤੀ ਹਿੱਲ ਜਾਂਦੀ ਹੈ, ਕਿ ਲੋਕ ਇੱਥੇ ਮਰ ਜਾਂਦੇ ਨੇ, ਜਾਂ ਕੀ ਹੁੰਦਾ ਜਦੋਂ ਯੁੱਗ ਚੇਂਜ ਹੁੰਦਾ ਹੈ। ਸੋ ਐਸੀ ਗੱਲ ਕੋਈ ਵੀ ਨਹੀਂ ਹੁੰਦੀ। ਬਾਣੀ ਦੇ ਵਿੱਚੋਂ ਤੁਹਾਨੂੰ ਇਹੀ ਬਚਨ ਗੁਰੂ ਨਾਨਕ ਸਾਹਿਬ ਦਾ ਪੜ੍ਹਨ ਨੂੰ ਮਿਲੇਗਾ। ਉੱਥੇ
ਉੱਥੇ ਗੁਰੂ ਸਾਹਿਬ ਕਹਿੰਦੇ ਉਹੀ ਧਰਤੀ, ਉਹੀ ਪਾਣੀ, ਉਹੀ ਹਵਾ, ਉਹੀ ਚੰਦਰਮਾ, ਉਹੀ ਸੂਰਜ, ਉਹੀ ਆਕਾਸ਼, ਉਹੀ ਸਭ ਕੁਝ ਸੇਮ ਹੈ ਜਿਹੜਾ ਸਤਿਯੁਗ ਦੇ ਵਿੱਚ ਸੀ। ਹੁਣ ਕਲਯੁਗ ਦਾ ਸਮਾਂ, ਹੁਣ ਵੀ ਸਭ ਕੁਝ ਉਹੀ ਹੈ। ਸੋ ਨੈਚੁਰਲ ਤੌਰ ਤੇ ਕੋਈ ਚੇਂਜ ਨਹੀਂ ਆਉਂਦਾ। ਇਨਸਾਨ ਜਿਸ ਤਰ੍ਹਾਂ ਦੇ ਸਤਿਯੁਗ ਦੇ ਵਿੱਚ ਸੀ, ਜਿਸ ਤਰ੍ਹਾਂ ਦਾ ਸਰੀਰ, ਬੋਡੀ, ਸੇਮ ਉਸੇ ਤਰ੍ਹਾਂ ਦੀ ਬੋਡੀ ਅੱਜ ਵੀ ਹੈ ਇਨਸਾਨਾਂ ਦੀ। ਨਾ ਤਾਂ ਵਾਤਾਵਰਣ ਦੇ ਵਿੱਚ, ਨੈਚੁਰਲ ਸੋਰਸਿਸ ਦੇ ਵਿੱਚ ਕੋਈ ਚੇਂਜ ਆਇਆ। ਇਹ ਨਹੀਂ ਕਿ ਸਤਿਯੁਗ ਦੇ ਵਿੱਚ ਸੂਰਜ ਰੌਸ਼ਨੀ ਦਿੰਦਾ ਸੀ ਤੇ ਹੁਣ ਸੂਰਜ ਨੇ ਰੌਸ਼ਨੀ ਦੇਣੀ ਬੰਦ ਕਰ ਦਿੱਤੀ, ਉਹ ਕੰਮ ਚੰਦਰਮਾ ਨੇ ਸੰਭਾਲਿਆ। ਇੱਦਾਂ ਨਹੀਂ ਹੈ। ਜਿਹੜਾ ਸੂਰਜ ਰੌਸ਼ਨੀ ਉਦੋਂ ਦਿੰਦਾ ਸੀ ਉਹੀ ਸੂਰਜ ਹੁਣ ਵੀ ਦੇ ਰਿਹਾ। ਤੇ ਇਹ ਵੀ ਨਹੀਂ ਕਿ ਜਿਹੜੇ ਇਨਸਾਨ ਸਤਿਯੁਗ ਦੇ ਵਿੱਚ ਸੀ, ਹੁਣ ਕਲਯੁਗ ਦੇ ਵਿੱਚ ਪਹੁੰਚਦਿਆਂ ਇਨਸਾਨੀ ਸਰੀਰ ਦੇ ਵਿੱਚ ਕੋਈ ਚੇਂਜ ਆ ਗਿਆ। ਐਸਾ ਨਹੀਂ ਹੈ ਕਿ ਕੰਨਾਂ ਦੀ ਜਗ੍ਹਾ ਤੇ ਅੱਖਾਂ ਲੱਗ ਗਈਆਂ ਹੋਣ ਜਾਂ ਅੱਖਾਂ ਦੀ ਜਗ੍ਹਾ ਤੇ ਨੱਕ ਲੱਗ ਗਿਆ ਹੋਵੇ, ਇਹੋ ਜਿਹੀ ਵੀ ਗੱਲ ਕੋਈ ਨਹੀਂ। ਸਭ ਕੁਝ ਸੇਮ ਚੱਲਦਾ ਪਿਆ। ਸੋ ਜਦੋਂ ਉਲਟੇ ਯੁੱਗ ਦੀ ਗੱਲ ਚੱਲਦੀ ਹੈ ਤੇ ਫਿਰ ਉਹਦਾ ਭਾਵ ਇਹ ਹੋਏਗਾ ਕਿ ਜਦੋਂ ਇਨਸਾਨ ਅੰਦਰੂਨੀ ਤੌਰ ਤੇ ਚੇਂਜ ਹੋ ਜਾਂਦਾ ਹੈ। ਅੰਦਰੂਨੀ ਤੌਰ ਤੇ ਚੇਂਜ ਹੋਣ ਦਾ ਮਤਲਬ ਹੈ ਕਿ ਉਹਦੀ ਸੋਚ ਦਾ ਚੇਂਜ ਹੋ ਜਾਣਾ। ਤਾਂ ਜਦੋਂ ਸੋਚ ਚੇਂਜ ਹੁੰਦੀ ਹੈ ਤੇ ਫਿਰ ਕੀ ਹੁੰਦਾ ਹੈ? ਉਲਟੇ ਯੁੱਗ। ਉਲਟੇ ਯੁੱਗ ਦਾ ਮਤਲਬ ਹੈ ਜਦੋਂ ਸਮਾਂ ਚੇਂਜ ਹੁੰਦਾ ਹੈ। ਸਮਾਂ ਚੇਂਜ ਦਾ ਮਤਲਬ ਹੈ ਜਦੋਂ ਇਨਸਾਨ ਦੀ ਸੋਚ ਚੇਂਜ ਹੁੰਦੀ ਹੈ। ਫਿਰ ਹੁੰਦਾ ਕੀ ਹੈ? ਕਿਆ ਹੋਏਗਾ? ਤੁਹਾਡਾ ਕੁਐਸਚਨ ਮਾਰਕ ਹੈ। ਕਿਆ ਮਤਲਬ ਵਾਟ? ਕੀ ਹੁੰਦਾ ਹੈ? ਕੀ ਹੋਵੇਗਾ ਜਦੋਂ ਸਮਾਂ ਬਦਲਦਾ ਹੈ? ਤੇ ਫਿਰ ਉਹਦਾ ਜ਼ਿਕਰ ਭਾਈ ਸਾਹਿਬ ਜੀ ਅੱਗੇ ਕਰਦੇ ਨੇ, ਕਹਿੰਦੇ ਉੱਠੇ ਗਿਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ। ਇਹ ਸਭ ਕੁਝ ਹੁੰਦਾ ਹੈ। ਜੇ ਮੰਨ ਲਈਏ ਕਿ ਸਤਿਯੁਗ ਦੇ ਵਿੱਚ ਸਾਰੇ ਧਰਮੀ ਸੀ, ਪਾਪ ਨਹੀਂ ਸੀ, ਪਰ ਮੈਂ ਫਿਰ ਇੱਥੇ ਰਿਮਾਈਂਡ ਤੁਹਾਨੂੰ ਕਰਾ ਦੇ, ਮੈਂ ਅੱਗੇ ਵੀ ਇਹ ਬੇਨਤੀ ਕਰ ਚੁੱਕਾ ਕਿ ਪਾਪ ਸਤਿਯੁਗ ਦੇ ਵਿੱਚ ਵੀ ਸੀ। ਜੇ ਸਤਿਯੁਗ ਨੂੰ ਸਭ ਤੋਂ ਚੰਗਾ ਮੰਨਿਆ ਗਿਆ ਹੈ ਨਾ, ਇਹਦਾ ਮਤਲਬ ਇਹ ਨਹੀਂ ਕਿ ਉੱਥੇ ਸਾਰੇ ਹੀ ਧਰਮੀ ਸੀ ਜਾਂ ਸਾਰੇ ਹੀ ਭਗਤੀ ਦੇ ਵਿੱਚ ਦਿਨ ਰਾਤ ਜੁੜੇ ਰਹਿੰਦੇ ਸੀ। ਨਹੀਂ, ਪਾਪ ਉਸ ਟਾਈਮ ਤੇ ਵੀ ਸੀ, ਪਾਪੀ ਲੋਕ ਉਸ ਸਮੇਂ ਵੀ ਮੌਜੂਦ ਸਨ। ਸੋ ਹੁੰਦਾ ਕੀ ਹੈ? ਕਹਿੰਦੇ ਉੱਠੇ ਗਿਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰ। ਪਾਪ ਪਸਰ ਜਾਂਦਾ ਹੈ ਦੁਨੀਆ ਦੇ ਵਿੱਚ। ਜਿਸ ਇਨਸਾਨੀ ਸੋਚ ਦੇ ਵਿੱਚ ਪਹਿਲਾਂ ਪਰਮਾਤਮਾ ਸੀ, ਪਰਮਾਤਮਾ ਦੀ ਬੰਦਗੀ ਸੀ, ਜਦੋਂ ਉਸੇ ਹੀ ਸੋਚ ਦੇ ਵਿੱਚ ਜਾਂ ਉਸੇ ਹੀ ਮਾਈਂਡ ਦੇ ਵਿੱਚ ਸੰਸਾਰ ਦੀ ਮਾਇਆ ਆਣ ਕੇ ਵਸ ਜਾਂਦੀ ਹੈ, ਆਪਣਾ ਘਰ ਬਣਾ ਲੈਂਦੀ ਹੈ, ਤੇ ਫਿਰ ਇਨਸਾਨ ਜਿਹੜਾ ਹੈ ਨਾ ਉਹ ਟਰੈਕ ਤੋਂ ਥੋੜਾ ਜਿਹਾ ਹੇਠਾਂ ਉਤਰ ਜਾਂਦਾ ਹੈ, ਗਲਤ ਰਸਤਾ ਅਖਤਿਆਰ ਕਰ ਲੈਂਦਾ ਹੈ। ਫਿਰ ਭਾਈ ਸਾਹਿਬ ਜੀ ਦਾ ਇੱਕ ਬਚਨ ਹੈ, ਉਹਦੀ ਡੈਸਟੀਨੇਸ਼ਨ ਕੀ ਬਣ ਜਾਂਦੀ ਹੈ? ਭਾਈ ਸਾਹਿਬ ਜੀ ਕਹਿੰਦੇ ਇਸਤਰੀ ਪੁਰਖ ਹੈ ਦਾਨ ਹਿੱਤ। ਔਰਤ ਤੇ ਮਰਦ, ਇਸਤਰੀ ਪੁਰਖ ਹੈ, ਔਰਤ ਤੇ ਮਰਦ ਦੋਨਾਂ ਦਾ ਮੇਨ ਪਰਪਸ ਕੀ ਹੈ? ਦਾਨ ਹਿੱਤ। ਦਾਨ ਮਤਲਬ ਪੈਸਾ, ਮਾਇਆ। ਹੁਣ ਇਹਨਾਂ ਦਾ ਪਰਪਸ ਹੈ ਮਾਇਆ, ਪੈਸਾ। ਪੈਸਾ ਆਉਣਾ ਚਾਹੀਦਾ ਹੈ ਕੋਲ, ਭਾਵੇਂ ਆਏ ਕਿਥਾਉ ਜਾਈ, ਕਿਸੇ ਵੀ ਤਰੀਕੇ ਦੇ ਨਾਲ ਆਵੇ। ਕਿਸੇ ਨੂੰ ਲੁੱਟ ਕੇ ਲਿਆਂਦਾ ਜਾਏ, ਕਿਸੇ ਨੂੰ ਮਾਰ ਕੇ ਲਿਆਂਦਾ ਜਾਵੇ, ਕਿਸੇ ਦੇ ਘਰੋਂ ਚੋਰੀ ਕਰਕੇ ਲਿਆਂਦਾ ਜਾਵੇ, ਪੈਸਾ ਆਉਣਾ ਚਾਹੀਦਾ ਹੈ। ਇਹੀ ਪਰਪਸ ਬਣ ਕੇ ਰਹਿ ਜਾਂਦਾ। ਤੇ ਜਦੋਂ ਫਿਰ ਪੈਸੇ ਦੀ ਖੇਡ ਚੱਲ ਪੈਂਦੀ ਹੈ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਬਾਣੀ 'ਚ, ਕਹਿੰਦੇ ਪਾਪਾਂ ਬਾਝੋਂ ਹੋਵੇ ਨਹੀਂ। ਇਹ ਜਿਹੜਾ ਪੈਸਾ, ਇਹ ਦੌਲਤ, ਇਹ ਪਦਾਰਥ ਜਿਹੜੇ ਇਕੱਠੇ ਕਰਨੇ ਨੇ, ਉਹਨਾਂ ਦੇ ਬਾਰੇ ਗੁਰੂ ਸਾਹਿਬ ਕਹਿੰਦੇ, ਇੱਥੇ ਭਾਈ ਸਾਹਿਬ ਕਹਿੰਦੇ ਵਰਤੇ ਪਾਪ। ਪਾਪ ਪਸਰ ਗਿਆ ਜੀ, ਸੋਚ ਚੇਂਜ ਹੋਈ, ਪਾਪ ਪਸਰ ਗਿਆ। ਤੇ ਉਹ ਪਾਪ ਪਸਰਿਆ ਕਿਉਂ? ਕਿਉਂਕਿ ਇਨਸਾਨ ਮਾਇਆ ਦੇ ਵਿੱਚ ਅਨਕ੍ਰੋਸ ਹੋ ਗਿਆ ਪੂਰੀ ਤਰ੍ਹਾਂ। ਤੇ ਹੁਣ ਗੁਰੂ ਸਾਹਿਬ ਉੱਥੇ ਫਿਰ ਬਾਣੀ 'ਚ ਕਹਿੰਦੇ ਨੇ, ਕਹਿੰਦੇ ਪਾਪਾਂ ਬਾਝੋਂ ਹੋਵੇ ਨਹੀਂ। ਇੱਕ ਹੁੰਦੀ ਹੈ ਜੀ ਓਨੈਸਟ ਲਿਵਿੰਗ। ਓਨੈਸਟ ਲਿਵਿੰਗ ਦੇ ਵਿੱਚ ਸੈਟੀਸਫਾਈ ਹਰ ਕੋਈ ਨਹੀਂ ਰਹਿੰਦਾ। ਇਨਸਾਨ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਉਹਨੇ ਕੁ ਦੇ ਵਿੱਚ ਖੁਸ਼ ਰਹਿੰਦੇ ਨੇ ਜਿੰਨਾ ਕਿ ਉਹਨਾਂ ਦੇ ਕੋਲ ਆ ਰਿਹਾ ਹੈ। ਪਰ ਜਦੋਂ ਇਨਸਾਨ ਦੀਆਂ ਖਵਾਹਿਸ਼ਾਂ, ਡਿਜ਼ਾਇਰਸ ਵੱਧਦੀਆਂ ਨੇ ਕਿ ਮੇਰੇ ਕੋਲ ਇਹ ਚੀਜ਼ ਹੋਣੀ ਚਾਹੀਦੀ ਹੈ, ਇਹ ਵੀ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਦਾ ਘਰ ਹੋਣਾ ਚਾਹੀਦਾ ਹੈ। ਇੱਕ ਹੁੰਦਾ ਹੈ ਕਿ ਮਨ ਦੇ ਵਿੱਚ ਇਹ ਇੱਕ ਸੁਪਨਾ ਕ੍ਰੀਏਟ ਕਰ ਲਿਆ ਕਿ ਮੇਰੇ ਕੋਲ ਇੱਦਾਂ ਦਾ ਘਰ ਹੋਵੇ, ਇਸ ਤਰ੍ਹਾਂ ਦਾ ਮੇਰਾ ਲਾਈਫ ਸਟਾਈਲ ਹੋ ਜਾਵੇ। ਉਹਦੇ ਵਾਸਤੇ ਇਨਸਾਨ ਯਤਨ ਕਰੇ, ਚੰਗਾ ਸਾਰਥਕ ਯਤਨ ਕਰੇ, ਕੋਸ਼ਿਸ਼ ਕਰੇ ਕਿ ਮੈਂ ਇਸ ਗੋਲ ਨੂੰ ਅਚੀਵ ਕਰਨਾ ਹੈ। ਪਰ ਉਹਦੇ ਨਾਲ
इंसान पाप नहीं कर सकता। पर जदों इंसान का टीचा केवल ये बन जाता है कि मैं बस यह चीज़ प्राप्त करनी है किसी भी तरीके दे नाल, फिर गुरु साहब कहते हैं पापां बाजों हो बैठना। ये पापां तो बिना कहते ये कहानी बनने वाली नहीं। हुण जिहड़ा ऐसा इंसान ना जिहड़ा सोचदा माया ही आई जाए मेरे कोले, ਉਹਦੇ बारे एक होर लफ्ज़ एक होर वचन तुसीं बाणी दे विचों पढ़ोगे। गुरु साहब कहते हैं ਉਹਦੇ बारे, कहते वो बंदा बन गया जी लोभी, लालची हो गया, क्योंकि उन्होंने माया तो इलावा होर कुछ नज़र नहीं आ रहा, वो देखता ही कुछ नहीं पाया माया तो इलावा। इन्ना को वो माया के विच फस चुकिया है कि वो अपने परिवार का, अपने सके भरा का कह लीए, चाहे जिहड़े बड़े क्लोज फ्रेंड उन्हों का भी नुकसान करन लग्या एक पल वास्ते सोचता ही नहीं है कि इसका रिजल्ट की निकलेगा, इन्हां दे नाल कुछ गलत हो सकता है, इन्हां दी जिंदगी बर्बाद हो सकती। उन्होंने इन्हां गल्लां दे नाल फर्क कोई नहीं पैंदा। रीजन लालच उहदे अंदर बड़ा वधिया गया। तो फिर गुरु साहब उत्थे कहते हैं, कहते लोभी का भी साहना कीजिए, कहते इहो जिहे बंदे का विश्वास नहीं करना जिहड़ा लालची बंदा है, जिन्हें अपने जीवन की डेस्टिनेशन केवल माया में बना लिया, दौलत में बना लिया। सो गुरु साहब कहते फिर जदों इंसान की सोच में चेंज आता है, माया के विच फस जाता है बुरी तरह के नाल। मैं इत्थे फिर गल क्लीयर कर दिया, गुरु साहब माया नूं माड़ा नहीं जी कहते। बार बार मैं ये गल बाणी के विचों तुहानूं एम्फसाइज इसे करके करना है कि गुरु साहब ने माया नूं माड़ा नहीं कहा, धन दौलत नूं, पैसे नूं, धन जमीन जायदाद नूं माड़ा नहीं कहा। उस टाइम ते ये माड़ा बन जाता है जां हो जाती है माया माड़ी जदों इंसान नूं इहदे करके रब भुल जाता है। उदों गुरु साहब कहते हैं कि ये तेरे वास्ते खतरनाक है, इन्हें तेनों आत्मिक तौर पर मार देता है, आत्मिक तौर पर इन्हें तेरे अंदरों सारे जिहड़े चंगे गुण सी वो लुट लए ने, खत्म कर दिते ने, हुण तेरे अंदर केवल अवगुण रह गए। उदों गुरु साहब इनू माड़ा कहते हैं। पर जदों ये सारियां दातां प्राप्त करके नाल नाल रब की याद रहिंदी है ना, फिर गुरु साहब उन्होंने माड़ा नहीं कहते, क्योंकि फिर वो इंसान ना तो पाप करता है कोई, ना वो कोई ऐसा काम करता है जिस दे नाल किसी का गुनाह, किसी का माड़ा हो जाए। हाँ, ये जरूर करेगा कि अपना थोड़ा नुकसान करके किसी का भला जरूर कर देगा ऐसा इंसान, पर किसी का माड़ा वो नहीं करेगा जिहड़ा माया के विच भी रहिंदा होया रब नूं नहीं भुलदा। सो जिहड़ा भुल गया है उन्हां बारे भाई साहब जी कहते हैं कि हालात बने पे ने दुनिया के कि उठे गिलानी जगत विच वरते पाप भ्रिष्ट संसार। हुण यह जिहड़ी पंक्ति है ना जी, वैसे भाई गुरदास ने कितना लंबा समा पहला ये उच्चारण की जी, तो जिक्र करदे गुरु नानक साहब तो पहला का समा वह जिक्र चलता पे उस टाइम तो हुण दे टाइम दोनों को कंपेयर करके देख लो, सिमिलर है, तो बहुता फर्क नजर नहीं आना। हालांकि उस समय इंसान दियां बहुतियां लोड़ां नहीं सी, अजे कोई इंसान बहुता पढ़िया लिखिया भी नहीं सी, आम सधारण जी जिंदगी सी, पिंडां दे विच रहना, आम सधारण जी जिहड़े सोर्सिस सीगे उन्होंने ही यूज़ करना उन्होंने, पर उसके बावजूद भी यह सब कुछ होंदा पिया सी। ते हुण जेकर इन्नी टैक्नोलॉजी एडवांस हो गई है, हर एक सुख सहूलत साडे कोल है, एक पल दे विच असीं कुछ का कुछ कर सकते हैं सिर्फ एक क्लिक करने के नाल। ते आप थोड़ा जिहा अंदाजा लाओ हुण की हुंदा पिया। तुहानूं पता लुकिया तो कुछ भी नहीं है जी, तुहानूं भी कॉल्स आउंदियां होणगियां जरूर, है ना जी, डेली दी एक दो तो आ ही जांदियां होणगियां। सो वरते पाप भ्रिष्ट संसार, इंसानां दी मेन डेस्टिनेशन की बन गई है कि जी बस पैसा। हुण उन्होंने जिहड़े कॉल करते स्कैम जिहड़े करते पए ने, उन्होंने ये थोड़ी देखना है कि जिन्होंने मैं कॉल कर रहा उन्होंने बेचारे ने पता नहीं कितनी मेहनत के नाल चार पैसे इकट्ठे किए, उन्होंने फर्क पैंदा जी, ये नहीं फर्क पैंदा। क्यों? क्योंकि उन्होंने सिर्फ अपना आप नज़र आता है, दूजा नहीं नज़र आ रहा। ये सैल्फिश हो गया ना जी, इंसान सैल्फिश हो गया है। तो जदों इंसान सैल्फिश हो जाता है फिर पाप ही होता है वो। तो गुरु साहब बाणी च सानूं सैल्फिश नहीं सिखाते। वो कहते तू रब के नाल जुड़, जो रब के नाल जुड़ेगा फिर तेरे अंदर परोपकार की भावना पैदा होगी, फिर तू अपना, भगत रविदास जी ने कहा, कहते अपना बिगाड़ बिराना साढ़े। कोई ऐसा इंसान अपना बिगाड़ के भी किसी का सवार देगा, वो जिहड़ा रब के नाल जुड़िया हुआ है, वो सैल्फिश नहीं है, वो
ਪਰਉਪਕਾਰ ਪਿਆ ਕਰਦਾ। ਸੋ ਭਾਈ ਸਾਹਿਬ ਜੀ ਕਹਿੰਦੇ ਐਸੇ ਹਾਲਾਤ ਉਸ ਟਾਈਮ ਤੇ ਵੀ ਸੀ, ਤੇ ਇਹ ਪੰਕਤੀ ਅੱਜ ਦੇ ਸਮੇਂ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਢੁਕਦੀ ਪਈ ਹੈ, ਕਿਉਂਕਿ ਪਾਪ ਅੱਜ ਵੀ ਬਹੁਤ ਹੋ ਰਹੇ ਨੇ ਜੀ। ਪਾਪ ਦਾ ਮਤਲਬ ਹੈ ਜੀ ਮਾੜੇ ਕਰਮ। ਰੀਸੈਂਟਲੀ ਹੁਣ ਦੇਖੋ ਇਨਸਾਨ ਕਿੱਥੋਂ ਤੱਕ ਗਿਰ ਜਾਂਦਾ ਹੈ, ਕਿੱਥੋਂ ਤੱਕ ਉਹਦੇ ਜੀਵਨ ਦੇ ਵਿੱਚ ਗਿਰਾਵਟ ਆ ਜਾਂਦੀ ਹੈ। ਮੇਰੇ ਖਿਆਲ ਪਤਾ ਨਹੀਂ ਤੁਸੀਂ ਨਿਊਜ਼ ਦੇਖੀ ਕਿ ਨਹੀਂ ਦੇਖੀ, ਇੰਡੀਅਨ ਨਿਊਜ਼ ਹੈ ਜੀ, ਸ਼ਾਇਦ ਨਾ ਵੀ ਦੇਖੀ ਹੋਵੇ ਤੁਸੀਂ। ਹਿਮਾਚਲ ਦੇ ਵਿੱਚ ਮੇਰੇ ਖਿਆਲ 'ਚ ਮੈਂ ਗਲਤ ਭੁੱਲਦਾ ਨਾ ਹੋਵਾਂ ਤੇ ਇੱਕ ਹੋਸਟਲ ਦੇ ਵਿੱਚ ਰਹਿਣ ਵਾਲੀ ਕੁੜੀ, ਹੋਰ ਵੀ ਉਹਦੀਆਂ ਸਹੇਲੀਆਂ ਜਿਹੜੀਆਂ ਰਹਿੰਦੀਆਂ ਪਈਆਂ ਉਹਦੇ ਨਾਲ, ਉਸ ਕੁੜੀ ਦਾ ਬॉयਫ੍ਰੈਂਡ ਹੈ ਤੇ ਬॉयਫ੍ਰੈਂਡ ਨੇ ਉਹਨੂੰ ਕੁੜੀ ਨੂੰ ਕਿਹਾ ਕਿ ਜਦੋਂ ਤੇਰੀਆਂ 20-22 ਕੁੜੀਆਂ ਨਾਲ ਰਹਿੰਦੀਆਂ ਨੇ ਜੀ, ਕਹਿੰਦਾ ਜਦੋਂ ਉਹ ਕੁੜੀਆਂ ਇਸ਼ਨਾਨ ਕਰਦੀਆਂ ਪਈਆਂ ਹੁਣ ਤਾਂ ਉਹਨਾਂ ਦੀ ਤੂੰ ਵੀਡੀਓ ਬਣਾ ਤੇ ਮੈਨੂੰ ਸੈਂਡ ਕਰ। ਉਹਨੇ ਕੁੜੀ ਨੇ ਬਣਾਈ, ਉਹ ਕੁੜੀ ਨੇ ਬਣਾ ਕੇ ਉਸ ਮੁੰਡੇ ਨੂੰ ਸੈਂਡ ਕੀਤੀ। ਉਸ ਮੁੰਡੇ ਨੇ ਅਪਲੋਡ ਕੀਤੀ ਜੀ ਇੰਟਰਨੈਟ ਦੇ ਉੱਤੇ। ਇਹ ਤੋਂ ਵੱਡਾ ਪਾਪ ਕੀ ਹੋ ਸਕਦਾ ਹੈ? ਕਿਸੇ ਦੀ ਇੱਜ਼ਤ ਦੇ ਨਾਲ ਖਿਲਵਾੜ ਕਰ ਦੇਣਾ। ਇਹਨੂੰ ਤੇ ਭ੍ਰਿਸ਼ਟ ਕਹਿੰਦੇ ਨੇ, ਭ੍ਰਿਸ਼ਟ ਮੱਤ ਭ੍ਰਿਸ਼ਟ ਹੋ ਗਈ ਹੈ, ਕਹਿੰਦੇ ਬੁੱਧੀ ਮਾਰੀ ਗਈ, ਇਹਨੂੰ ਮੱਤ ਦਾ ਮਰਨਾ ਕਹਿੰਦੇ ਨੇ। ਇਨਸਾਨ ਭਾਵੇਂ ਪੜ੍ਹਿਆ ਲਿਖਿਆ ਬੜਾ ਪੜ੍ਹਿਆ ਲਿਖਿਆ ਹੋਵੇ, ਪਰ ਜਦੋਂ ਇਹੋ ਜਿਹੇ ਕਰਮ ਸਾਹਮਣੇ ਆਉਂਦੇ ਨੇ ਤੇ ਫਿਰ ਆਪਣੇ ਆਪ ਹੀ ਜ਼ੁਬਾਨ ਤੋਂ ਨਿਕਲਦਾ ਹੈ ਕਿ ਇਹੋ ਜਿਹੀ ਲਿਆਕਤ ਦੇ ਨਾਲੋਂ, ਇਹੋ ਜਿਹੀ ਪੜ੍ਹਾਈ ਦੇ ਨਾਲੋਂ ਬੰਦਾ ਅਨਪੜ੍ਹ ਰਹਿ ਜਾਵੇ ਜ਼ਿਆਦਾ ਚੰਗਾ। ਕਿਉਂਕਿ ਇੱਕ ਅਨਪੜ੍ਹ ਬੰਦਾ ਨਾ, ਉਹਨੂੰ ਫਿਰ ਵੀ ਕਿਸੇ ਦੀ ਇੱਜ਼ਤ ਦਾ ਖਿਆਲ ਹੁੰਦਾ ਹੈ। ਤੇ ਜੇ ਪੜ੍ਹ ਲਿਖ ਕੇ ਤੁਹਾਡੇ ਅੰਦਰ ਇਹ ਵੈਲਿਊਜ਼ ਨਹੀਂ ਨੇ ਕਿਸੇ ਦੇ ਪ੍ਰਤੀ ਕਿ ਜੋ ਮੈਂ ਕੰਮ ਕਰਨ ਲੱਗਾ ਇਹਦੇ ਨਾਲ ਉਹਦੇ ਜੀਵਨ ਦੇ ਵਿੱਚ ਕੀ ਪ੍ਰਭਾਵ ਪਾਏਗਾ, ਜੋ ਇੰਨੀ ਗੱਲ ਮੈਂ ਨਹੀਂ ਸੋਚਦਾ, ਇਹਦਾ ਮਤਲਬ ਹੈ ਕਿ ਮੇਰੇ ਅੰਦਰੋਂ ਇਨਸਾਨੀਅਤ ਜਿਹੜੀ ਹੈ ਨਾ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ, ਮਰ ਚੁੱਕਾ ਹਾਂ। ਸਰੀਰ ਜਿੰਦਾ ਜੀ, ਸਰੀਰ ਤਾਂ ਮਿੱਟੀ ਹੈ, ਸਰੀਰ ਦਾ ਕੀ ਹੈ, ਅੱਜ ਵੀ ਇਹਨੇ ਖਤਮ ਹੋਣਾ, ਕੱਲ ਵੀ ਹੋ ਜਾਏਗਾ। ਪਰ ਜਿਹੜਾ ਅੰਦਰੋਂ ਮਰ ਗਿਆ ਨਾ, ਉਹਦੇ ਕੋਲੋਂ ਭਲੇ ਦੀ ਆਸ ਨਹੀਂ ਜੇ ਕੀਤੀ ਜਾ ਸਕਦੀ। ਤੇ ਐਸੇ ਬੰਦੇ ਵਾਸਤੇ ਹੀ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉੱਠੇ ਗਿਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰ। ਸਾਰਾ ਸੰਸਾਰ ਜਿਹੜਾ ਨਾ ਜੀ ਭ੍ਰਿਸ਼ਟ ਹੋਇਆ ਪਿਆ, ਸਾਰਾ ਸੰਸਾਰ ਭ੍ਰਿਸ਼ਟ ਹੋਇਆ ਪਿਆ। ਕੋਈ ਐਸੇ ਵੀ ਤੁਹਾਨੂੰ ਲੋਕ ਮਿਲਣਗੇ ਬਾਹਰੋਂ ਵੇਖਣ ਨੂੰ ਕੁਝ ਹੋਰ, ਪਰ ਅੰਦਰੂਨੀ ਤੌਰ ਤੇ ਕੁਝ ਹੋਰ। ਬਾਹਰੋਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਪਹਿਰਾਵਾ ਮੈਂ ਕਹਿੰਦੇ ਮੈਂ ਸੰਤਾਂ ਸਾਧਾਂ ਵਾਲਾ ਪਹਿਨਿਆ ਹੋਇਆ, ਮਹਾਂਪੁਰਖਾਂ ਵਾਲਾ ਪਹਿਨਿਆ ਹੋਇਆ, ਜਾਂ ਹੋਰ ਵੀ ਕੋਈ ਵੀ ਆਪਾਂ ਵਰਡ ਚੂਜ਼ ਕਰ ਸਕਦੇ ਇਹਦੇ ਵਾਸਤੇ, ਫਕੀਰਾਂ ਵਾਲਾ ਪਹਿਨਿਆ ਹੋਇਆ। ਪਰ ਕਹਿੰਦੇ ਅੰਦਰ ਮੇਰੇ ਠੱਗ ਬੈਠਾ ਹੋਇਆ ਹੈ, ਅੰਦਰੋਂ ਮੈਂ ਚੋਰ ਹਾਂ, ਅੰਦਰੋਂ ਮੈਂ ਇੱਕ ਵਿਕਾਰੀ ਹਾਂ, ਅੰਦਰੋਂ ਮੈਂ ਪਾਪੀ ਹਾਂ। ਤੇ ਜਿਹੜਾ ਬਾਹਰਲਾ ਪਹਿਰਾਵਾ ਹੈ ਨਾ, ਉਹ ਸਿਰਫ ਵਿਖਾਵੇ ਵਾਸਤੇ ਹੈ ਕਿ ਲੋਕਾਂ ਨੂੰ ਮੈਂ ਆਪਣੇ ਜਾਲ ਦੇ ਵਿੱਚ ਫਸਾ ਸਕਾਂ। ਐਸੇ ਤੁਹਾਨੂੰ ਕਈ ਐਗਜ਼ਾਮਪਲਸ ਮਿਲਣਗੀਆਂ, ਤੁਸੀਂ ਪੜ੍ਹ ਸਕਦੇ ਹੋ, ਆਨਲਾਈਨ ਸਰਚ ਕਰ ਸਕਦੇ ਹੋ। ਇੰਡੀਆ ਦੇ ਵਿੱਚ ਖਾਸ ਕਰਕੇ ਵੱਡੇ ਜਿਹੜੇ ਗੁਰੂ ਕਹਾਉਂਦੇ ਸੀ ਨਾ ਆਪਣੇ ਆਪ ਨੂੰ, ਆਸਾ ਰਾਮ ਹੋ ਗਿਆ ਜੀ, ਤੇ ਉਹ ਆਪਣਾ ਰਾਮ ਰਹੀਮ ਹੋ ਗਿਆ, ਜੇਲ੍ਹਾਂ 'ਚ ਬੈਠੇ ਪਏ ਨੇ ਸਾਰੇ, ਕਿਉਂਕਿ ਬਾਹਰੋਂ ਕੁਝ ਹੋਰ ਸੀ, ਅੰਦਰੋਂ ਭ੍ਰਿਸ਼ਟ ਹੋਏ ਪਏ ਸੀ। ਬਾਹਰੋਂ ਨਹੀਂ ਸੀ ਭ੍ਰਿਸ਼ਟ ਹੋਏ, ਬਾਹਰੋਂ ਤੇ ਬੜਾ ਪਹਿਰਾਵਾ ਜਿਹੜਾ ਉਹ ਬੜਾ ਵਧੀਆ ਸੀ, ਤੇ ਅੰਦਰੂਨੀ ਤੌਰ ਤੇ ਉਹ ਭ੍ਰਿਸ਼ਟ ਹੋ ਚੁੱਕੇ ਸੀ। ਤੇ ਉਹਨਾਂ ਦੇ ਬਾਰੇ ਭਾਈ ਸਾਹਿਬ ਜੀ ਨੇ ਫਿਰ ਇੱਥੇ ਕਹਿ ਦਿੱਤਾ, ਕਹਿੰਦੇ ਦੇਖਣ ਨੂੰ ਲੋਕ ਤੇ ਬੜੇ ਸੋਹਣੇ ਲੱਗਦੇ ਨੇ, ਪਰ ਅਸਲ ਦੇ ਵਿੱਚ ਨਾ ਜਿਸ ਤਰ੍ਹਾਂ ਦੇ ਬਾਹਰੋਂ ਨਜ਼ਰ ਆਉਂਦੇ ਨੇ ਉਸ ਤਰ੍ਹਾਂ ਦੇ ਅੰਦਰੋਂ ਹੈ ਨਹੀਂ, ਅੰਦਰੋਂ ਭ੍ਰਿਸ਼ਟ ਹੋ ਚੁੱਕੇ ਨੇ। ਅੰਦਰੋਂ ਭ੍ਰਿਸ਼ਟ ਹੋ ਜਾਣਾ ਸਮਾਂ ਚੇਂਜ ਹੈ ਜੀ, ਸੋਚ ਚੇਂਜ ਹੋਈ ਹੈ। ਉਹਦੇ ਕਰਕੇ ਆਪਾਂ ਇਸ ਸਮੇਂ ਨੂੰ ਫਿਰ ਕਹਿ ਦਿੰਦੇ ਜੀ ਕਲ ਯੁੱਗ ਆ ਗਿਆ। ਕਲ ਦਾ ਮਤਲਬ ਪਤਾ ਕੀ ਹੁੰਦਾ ਹੈ ਜੀ? ਜੇ ਤੁਸੀਂ ਇਸ ਵਰਡ ਨੂੰ ਕਲ ਯੁੱਗ ਨੂੰ ਦੋ ਹਿੱਸਿਆਂ ਦੇ ਵਿੱਚ ਕਰਕੇ ਦੇਖੋ, ਕਲ ਪਲੱਸ ਯੁੱਗ, ਤੇ ਤੁਹਾਨੂੰ ਸਮਝ ਪਏਗੀ ਇਹਦਾ ਮਤਲਬ ਕੀ। ਕਲ ਦਾ ਮਤਲਬ ਹੁੰਦਾ ਹੈ ਜੀ ਝਗੜਾ, ਲੜਾਈ। ਪੰਜਾਬੀ 'ਚ ਕਹਿ ਦਿੰਦੇ ਨੇ ਜੀ ਕਲਾ। ਐਵੇਂ ਕਹਿੰਦੇ ਪਰਿਵਾਰ ਦੇ ਵਿੱਚ ਨਾ ਕਿਤੇ ਗੱਲ ਹੋ ਜਾਵੇ ਤੇ ਘਰ ਵਾਲਾ ਕਹਿ ਦਿੰਦਾ ਐਵੇਂ ਤੂੰ ਕਲਾ ਨਾ ਵਧਾਈ ਜਾ। ਕਲਾ ਦਾ ਮਤਲਬ ਹੈ ਜੀ ਲੜਾਈ, ਕਲ ਦਾ ਮਤਲਬ ਹੈ ਲੜਾਈ ਝਗੜਾ, ਤੇ ਯੁੱਗ ਦਾ ਮਤਲਬ ਹੈ ਸਮਾਂ। ਯੁੱਗ ਦਾ ਮਤਲਬ ਸਮਾਂ ਹੈ, ਤੇ ਇਹਦਾ ਵਰਡ ਮੀਨਿੰਗ ਕੀ ਹੋ ਗਿਆ? ਲੜਾਈ ਵਾਲਾ ਸਮਾਂ, ਝਗੜੇ ਵਾਲਾ ਸਮਾਂ। ਤੇ ਝਗੜਾ ਹੀ ਹੁੰਦਾ ਪਿਆ ਜੀ ਛੋਟੀਆਂ ਗੱਲਾਂ ਦੇ ਉੱਤੇ, ਇੱਕ ਦੂਜੇ ਦੇ ਨਾਲ। ਚਾਹੇ ਬਾਹਰ ਆਣ ਕੇ ਆਪਾਂ ਫਿਜ਼ੀਕਲ ਤੌਰ ਤੇ ਨਹੀਂ ਲੜਦੇ ਪਏ, ਹੱਥ ਦੇ ਵਿੱਚ ਕੋਈ ਡਾਂਗ ਸੋਟੇ ਨਹੀਂ ਪਕੜੇ ਹੋਏ, ਪਰ ਵਿਚਾਰਾਂ ਦੀ ਲੜਾਈ ਕਿਤੇ ਚੱਲਦੀ ਪਈ ਹੈ। ਕਿਸੇ ਨੂੰ ਨੀਵਾਂ ਦਿਖਾਉਣਾ, ਕਿਸੇ ਦੀ ਵਡਿਆਈ ਕਰਨੀ, ਇਹ ਸਾਰਾ ਕੁਝ ਇਸੇ ਕਰਕੇ ਇਹਨੂੰ ਕਲ ਯੁੱਗ ਦਾ ਨਾਮ ਦਿੱਤਾ ਗਿਆ ਹੈ ਜੀ, ਕਿ ਇਨਸਾਨ ਦੀ ਸੋਚ ਬੜੀ ਨੀਵੀਂ ਹੋ ਚੁੱਕੀ ਹੈ।
सो भाई साहब जी कहते वरते पाप भ्रिष्ट संसारा वर्ण वर्ण ना भावनी खह खह जलन बांस अंगियारा। वर्णा वर्ण ਤੁਹਾਨੂੰ पता ने जी चार कास्ट सिस्टम के अकॉर्डिंगली चार वर्ण ने ब्राह्मण खत्री सूद ते वैश्य चार। तो कमाल की गल ये हुई पई है भाई साहब जी कहते एक वर्ण दूजे को देखना पसंद नहीं करता पिया, एक वर्ण दूजे को देखना पसंद नहीं करता पिया। मैं ये उस टाइम की गल ना इस समय भी यही हाल होया पिया, इस समय भी वही हाल होया पिया। जे कास्ट के तौर पर भी अजकल लड़ाइयां चलदियां पईयां ने है ना जी, तो दूजी आप धर्मां के नाम से भी लड़ाइयां चलदियां पईयां। एक धर्म दूजे को नहीं देखना चाहता, जिहड़ा मेजोरिटी दे विच है वो माइनॉरिटी वाले को दबाउणा चाहता है। सो वर्णा वर्णा भावनी का मतलब कल्ला कास्ट तो ही नहीं है, हर एक उस गल तो है जिथे इंसान दूजे इंसान को पसंद नहीं करता। हो सकता है कि एक हाई कास्ट के नाल बंदा बिलोंग करता होवे ते सेम दूजा वो भी हाई कास्ट के विचों पर उन्हें पसंद नहीं करता। एक कंपनी के विच किसी जॉब से एक बंदा बैठा होया वो बराबर कोई दूजा आ जाए, ईर्खा पैदा हो जाती है। फिर कोशिश होती है कि किवें ना किवें इहनूं बॉस की नज़र के विच मैं नीवा करके ते आप चंगा बन जावां, पसंद नहीं करता। इनू कहते हैं वर्ण वर्ण ना भावनी, जिथे इंसान इंसान को इंसान ही ना समझे, उन्होंने पसंद ही ना करे, वह नुकसान करने के लिए किसी भी हद तक चला जाए, वो वास्ते फिर भाई साहब जी यह वर्ड यूज करते हैं, कहते वर्णा वर्ण ना भावनी खह खह जलन बांस अंगियारा। आपस के ही खहते पे ने, खहण का मतलब लड़ना, लड़ाई झगड़ा। किस तरह लड़ते पे ने? जिस तरह कहते बांस अंगियारा, बांस कहते हैं जी बैम्बू। तो बैम्बू की खासियत की है कि जो ये जंगल के होंगे ना जी, ये अपने आप ही अंदर अग लग जाती है टकरा दे नाल, एकदम ही बस्ट होंदा है। ये नहीं कि इन्हें हौली हौली पौधे के उपर इन्हें वधना है, एक बार इन्हें बस्ट होना है तो 2-3 फुट जो फीट है ना इन्हें वध जाना है, इस तरह यही लंबाई वधती है। तो कई बार ये आपस के खहण करके, खहना समझते हो ना, रगड़न करके अग लग जाती है। तो भाई साहब जी कहते सेम इसी तरह ही इंसानों के अंदर भी चलता है, जिमें बैम्बू आपस के खहते हैं तो अग लग जाती है, ऐसी ही अग कहते इंसानों के अंदर लगी पई है। एक दूजे को पसंद नहीं करता, वड्डी जात वाला छोटी वाले को पसंद नहीं करता पाया, छोटे वाला वड्डे को पसंद नहीं करता पाया, एक धर्म वाला दूजे को पसंद नहीं करता पाया, लड़ाइयाँ चलदियां पईयां। एक ना एक शायर होया जी फारसी, उर्दू फारसी का, अल्लामा इकबाल, उन्हें एक बड़ी प्यारी गल कही सी धर्म के संबंध में, कहता मजहब नहीं सिखाता आपस में बैर रखना। जो धर्म है ना, धर्म थोड़ी ना कहते कि तुम आपस के लड़ो, इंसान धर्म का सहारा लैके दूजे इंसान के नाल लड़न दा, धर्म नहीं, धर्म आपस के नहीं लड़ाता, इंसान एक दूजे को लड़ाता है। साढ़े वर्गे ना जिहड़े किते धर्म के संबंध के आगू बन गए, लीडर बन गए, वो फिर दूसरे दियां दे नाल सानूं लड़ाते हैं अपनी, क्योंकि सोच माड़ी हो गई है ना जी, सोच भ्रिष्ट हो गई है, वो करके फिर एक दूजे के नाल लड़ाया जाता है। सो भाई साहब जी कहते यह हालात बने पे ने दुनिया के विच कि वर्णा वर्णना भावनी खह खह जलन बांस अंगियारा, निंदिया चले वेद की समझ न अज्ञान दोबारा। वेदां की निंदिया, वेदां का मतलब इत्थे ज्ञान, धर्म ग्रंथ, चाहे वो गुरु ग्रंथ साहिब महाराज हो, चाहे इस्लाम धर्म की कुरान हो, चाहे हिंदू धर्म के धर्म ग्रंथ हो, वेद शास्त्र सिमरतियाँ पुराण जिन्हें भी, चाहे बुद्ध धर्म के हो, जैन धर्म के हो, किसी भी धर्म के धर्म ग्रंथ जोड़े ने उन्होंने की निंदिया होनी। निंदिया होने का मतलब है कि उन्होंने नीवा दिखाना, उन्होंने माड़ा कहना, जां उस धर्म के बारे माड़ा माड़ा बोल देना। मैं पिछले दिन एक वीडियो सुनता पाया सी जी, मैं उस धर्म का नाम नहीं लवांगा, पर वो बंदा जिहड़ा ना बोलता पाया सी अपने सिखिज्म बारे, गुरु साहिबां दे बारे बोलता पाया सी, हद दर्जे की नीवी शब्दावली उन्हें यूज की जी गुरु साहिबां बारे, हद दर्जे की नीवी शब्द बड़ी लो शब्दावली उन्हें गुरु साहिबां बारे यूज की। तो मैनूं वेख के ना तो गुस्सा नहीं आया वो, मैनूं हासा आ गया, क्योंकि वह उस धर्म के नाम काफ़ी है, नाम काफ़ी उहदा,
पर ਉਹਦੇ ਮੂੰਹ ਤੋਂ ਐਸੇ ਲਫ਼ਜ਼ ਸੁਣ ਕੇ ਨਾ ਬੜੀ ਹੈਰਾਨਗੀ ਜੀ ਵੀ ਮਹਿਸੂਸ ਹੋਈ ਤੇ ਹਾਸਾ ਵੀ ਨਿਕਲ ਗਿਆ ਕਿ ਇਹੋ ਜਿਹੇ ਲੋਕ ਦੂਜਿਆਂ ਦੇ ਨਾਲ ਲੜਦੇ ਨੇ। ਵੈਸੇ ਹਰ ਇੱਕ ਇਨਸਾਨ ਆਪਸ ਦੇ ਵਿੱਚ ਮਿਲ ਕੇ ਰਹਿਣਾ ਚਾਹੁੰਦਾ ਹੈ, ਪਰ ਇਹੋ ਜਿਹੇ ਲੋਕ ਨਹੀਂ ਮਿਲ ਕੇ ਰਹਿਣ ਦੇਣਾ ਚਾਹੁੰਦੇ। ਸੋ ਭਾਈ ਸਾਹਿਬ ਜੀ ਕਹਿੰਦੇ ਨਿੰਦਿਆ ਚੱਲੇ ਵੇਦ ਕੀ ਸਮਝਣ ਨਾ ਅਗਿਆਨ ਦੁਆਰਾ। ਇਹ ਨਿੰਦਿਆ ਹੀ ਤਾਂ ਹੈ। ਵੇਦ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੰਡੀਆ ਦੇ ਵਿੱਚ ਹੁੰਦੀ ਰਹੀ ਸਮੇਂ ਸਮੇਂ ਤੇ, ਉਹ ਕੀ ਇਹਨੂੰ ਨਿੰਦਿਆ ਹੀ ਤਾਂ ਕਹਿੰਦੇ ਨੇ ਕਿ ਜੀ ਇਹ ਸੱਚ ਦੀ ਗੱਲ ਕਰਦਾ ਹੈ, ਇਹਨੂੰ ਨੁਕਸਾਨ ਪਹੁੰਚਾਓ। ਇਹ ਲੋਕ ਜਿਹੜੇ ਨੇ ਨਾ ਬੜੀ ਮਨੁੱਖਤਾ ਦੀ ਗੱਲ ਕਰਦੇ ਨੇ, ਇਹਨਾਂ ਨੂੰ ਮਨੁੱਖਤਾ ਦੀ ਨਜ਼ਰ ਦੇ ਵਿੱਚ ਨੀਵੀਆਂ ਕਰ ਦਿਓ, ਇਹਨਾਂ ਦੀ ਬਾਣੀ ਦੇ ਉੱਤੇ ਹਮਲਾ ਕਰ ਦਿਓ। ਤੁਹਾਨੂੰ ਪਤਾ ਹੈ ਬਾਣੀ ਦੇ ਨਾਲ ਸਿੱਖ ਦਾ ਰਿਸ਼ਤਾ ਬੜਾ ਗਹਿਰਾ ਹੈ। ਆਪਣੇ ਉੱਤੇ ਕੁਝ ਹੋਵੇ ਸਿੱਖ ਦੇ ਉੱਤੇ ਸਰੀਰਕ ਤੌਰ ਤੇ ਉਹ ਬਰਦਾਸ਼ਤ ਕਰ ਲੈਂਦਾ ਹੈ, ਪਰ ਜਦੋਂ ਬਾਣੀ ਦਾ ਜਾਂ ਗੁਰੂ ਦਾ ਸਵਾਲ ਪੈਦਾ ਹੁੰਦਾ ਨਾ ਜੀ, ਉਸ ਟਾਈਮ ਤੇ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ, ਭਾਵੇਂ ਕੋਈ ਵੀ ਹੋਵੇ। ਤੇ ਉਹਨਾਂ ਨੇ ਸਮਝ ਲਿਆ ਕਿ ਜਦੋਂ ਤੱਕ ਇਹ ਸਿੱਖ ਬਾਣੀ ਦੇ ਨਾਲ ਜੁੜਿਆ ਹੋਏ ਨਾ, ਇਹਦਾ ਅਸੀਂ ਕੁਝ ਨਹੀਂ ਵਿਗਾੜ ਸਕਦੇ। ਸੋ ਹੁਣ ਉਹਨਾਂ ਦੀਆਂ ਕੋਸ਼ਿਸ਼ਾਂ ਕੀ ਚੱਲਦੀਆਂ ਪਈਆਂ ਨੇ, ਬਾਣੀ ਨੂੰ ਉਹ ਥੋੜਾ ਨਾ ਉਹਦੇ ਵਿੱਚ ਕੁਝ ਨਾ ਕੁਝ ਆਪਣੇ ਵੱਲੋਂ ਮਿਕਸ ਅਪ ਕਰਦੇ ਪਏ ਨੇ, ਵਿਗਾੜਨ ਦੀਆਂ ਕੋਸ਼ਿਸ਼ਾਂ ਕਰਦੇ ਪਏ ਨੇ, ਕਿੰਤੂ ਪ੍ਰੰਤੂ ਕੁਐਸਚਨਸ ਆਪਣੇ ਵੱਲੋਂ ਕ੍ਰੀਏਟ ਕਰਦੇ ਪਏ ਨੇ, ਜਾਂ ਕੁਝ ਐਸੀਆਂ ਗੱਲਾਂ ਵਿੱਚ ਐਡ ਕਰਨ ਦੀ ਕੋਸ਼ਿਸ਼ਾਂ ਚੱਲਦੀਆਂ ਪਈਆਂ ਨੇ ਜਿਹਦੇ ਨਾਲ ਇਹ ਸਾਬਤ ਕੀਤਾ ਜਾ ਸਕੇ ਜੀ ਇਹ ਵੀ ਇਸੇ ਤਰ੍ਹਾਂ ਦੇ ਨੇ। ਸੋ ਭਾਈ ਸਾਹਿਬ ਜੀ ਕਹਿੰਦੇ ਜੀ ਉਸ ਟਾਈਮ ਤੇ ਵੀ ਇਹੀ ਹਾਲਾਤ ਸੀਗੇ ਕਿ ਇੱਕ ਧਰਮ ਦੇ ਲੋਕ ਦੂਜੇ ਨੂੰ ਮਾੜਾ ਕਹਿੰਦੇ ਸੀ, ਦੂਜੇ ਵਾਲੇ ਪਹਿਲੇ ਨੂੰ ਮਾੜਾ ਕਹਿੰਦੇ ਸੀ, ਧਰਮ ਗ੍ਰੰਥਾਂ ਨੂੰ ਵੀ ਨਿੰਦਿਆ ਜਾਂਦਾ ਸੀ, ਮਾੜਾ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਜੀ ਕਹਿੰਦੇ ਜੇ ਉਦੋਂ ਇਹ ਸਮਾਂ ਸੀ ਤੇ ਹੁਣ ਵੀ ਉਸੇ ਤਰ੍ਹਾਂ ਚੱਲਦਾ ਪਿਆ। ਨਿੰਦਿਆ ਚੱਲੇ ਵੇਦ ਕੀ ਸਮਝਣ ਨਾ ਹੈ ਅਗਿਆਨ ਗੁਬਾਰਾ। ਅਗਿਆਨ ਦਾ ਮਤਲਬ ਹੈ ਅਗਿਆਨਤਾ, ਗੁਬਾਰਾ ਦਾ ਮਤਲਬ ਹੁੰਦਾ ਜੀ ਪੰਜਾਬੀ ਦੇ ਵਿੱਚ ਗੁਬਾਰਾ ਪਕਾਨੇ, ਹਿੰਦੀ 'ਚ ਗੁਬਾਰਾ ਕਿਹਾ ਜਾਂਦਾ, ਪੰਜਾਬੀ 'ਚ ਪਕਾਨਾ ਕਿਹਾ ਜਾਂਦਾ। ਹਾਂਜੀ, ਤੇ ਇੰਗਲਿਸ਼ 'ਚ ਕੀ ਕਹਿੰਦੇ ਨੇ ਜੀ? ਹਾਂਜੀ, ਬੈਲੂਨ ਕਹਿੰਦੇ ਨੇ। ਪਰ ਇੱਥੇ ਗੁਬਾਰੇ ਦਾ ਮਤਲਬ ਬੈਲੂਨ ਨਹੀਂ ਹੈ। ਗੁਬਾਰੇ ਦਾ ਮਤਲਬ ਇੱਥੇ ਹਨੇਰਾ, ਅਗਿਆਨਤਾ ਦਾ ਹਨੇਰਾ। ਸੋ ਮੈਂ ਇਸ ਕਰਕੇ, ਕਿਉਂਕਿ ਕੋਈ ਐਸੇ ਵਰਡ ਹੁੰਦੇ ਨੇ ਜਿਨ੍ਹਾਂ ਦੇ 2-2, 3-3 ਮੀਨਿੰਗ ਹੁੰਦੇ ਨੇ, ਸੋ ਮੈਂ ਤਾਂ ਹੀ ਮੈਂ ਇੱਥੇ ਗੁਬਾਰਾ ਮਤਲਬ ਉਹ ਬੈਲੂਨ ਨੂੰ ਵੀ ਕਹਿੰਦੇ ਨੇ, ਪਰ ਗੁਬਾਰ ਦਾ ਮਤਲਬ ਜਾਂ ਗੁਬਾਰਾ ਦਾ ਮਤਲਬ ਇੱਥੇ ਅਗਿਆਨਤਾ ਦਾ ਹਨੇਰਾ। ਇਨਸਾਨ ਜਿਹੜਾ ਵਾ ਉਹ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਪਿਆ, ਇਹਨੂੰ ਸਮਝ ਨਹੀਂ ਹੈ ਕੀ ਕਰਨਾ ਕੀ ਨਹੀਂ ਕਰਨਾ, ਠੀਕ ਕੀ ਹੈ ਗਲਤ ਕੀ ਹੈ। ਸੋ ਉਸ ਅਗਿਆਨਤਾ ਦੇ ਕਰਕੇ ਹੀ, ਉਸ ਅਗਿਆਨਤਾ ਦੇ ਵਿੱਚੋਂ ਫਿਰ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਨਿੰਦਿਆ ਚੱਲੇ ਵੇਦ ਕੀ। ਉਹ ਫਿਰ ਧਰਮਾਂ ਨੂੰ ਮਾੜਾ ਕਹਿੰਦਾ, ਧਰਮ ਗ੍ਰੰਥਾਂ ਨੂੰ ਮਾੜਾ ਕਹਿੰਦਾ। ਤੇ ਅਗਲੀ ਗੱਲ ਕਹਿੰਦੇ ਵੇਦ ਗ੍ਰੰਥ ਗੁਰ ਹੱਟ ਹੈ ਜਿਸ ਲੱਗ ਭਵਜਲ ਪਾਰ ਉਤਾਰਾ। ਕਹਿੰਦੇ ਇਨਸਾਨ ਜਿਨ੍ਹਾਂ ਧਰਮ ਗ੍ਰੰਥਾਂ ਨੂੰ ਮਾੜਾ ਕਹਿੰਦਾ ਹੈ, ਅਸਲ ਦੇ ਵਿੱਚ ਇਹ ਇੱਥੇ ਹੁਣ ਭਾਈ ਸਾਹਿਬ ਜੀ ਗੁਰਮਤਿ ਦੀ ਗੱਲ ਕਰਦੇ ਪਏ। ਜਿਸ ਬਾਣੀ ਨੂੰ, ਜਿਸ ਗ੍ਰੰਥ ਨੂੰ ਇਨਸਾਨ ਮਾੜਾ ਕਹਿੰਦਾ ਹੈ ਜਾਂ ਨਿੰਦਿਆ ਕਰ ਰਿਹਾ ਹੈ, ਉਹ ਅਸਲ ਦੇ ਵਿੱਚ ਕਹਿੰਦੇ ਇੱਕ ਐਸੀ ਹੱਟ ਦਾ ਮਤਲਬ ਹੁੰਦਾ ਜੀ ਦੁਕਾਨ, ਸ਼ੌਪ। ਐਸੀ ਗੁਰੂ ਦੀ ਸ਼ੌਪ ਹੈ ਜਿਸ ਸ਼ੌਪ ਤੇ ਆਣ ਕੇ ਇਨਸਾਨ ਇਸ ਭਵਜਲ ਸਾਗਰ ਤੋਂ ਪਾਰ ਲੰਘ ਸਕਦਾ ਹੈ। ਕਿਉਂਕਿ ਗੁਰੂ ਨੇ ਕੀ ਕਰਨਾ ਹੈ, ਇਨਸਾਨ ਦੀ ਸੋਚ ਨੂੰ ਚੇਂਜ ਕਰਨਾ ਹੈ। ਇਨਸਾਨ ਦੀ ਸੋਚ ਨੂੰ ਚੇਂਜ ਕਰ, ਜਿਹੜਾ ਮਾਈਂਡ ਮਾਇਆ ਦੇ ਵਿੱਚ ਜਾਂ ਵਿਕਾਰਾਂ ਦੇ ਵਿੱਚ ਇਨਗ੍ਰੋਸ ਹੋਇਆ ਪਿਆ ਨਾ, ਉਹਨੂੰ ਉਸ ਜੰਜਾਲ ਦੇ ਵਿੱਚੋਂ ਕੱਢ ਕੇ ਸੱਚ ਦੇ ਨਾਲ ਜੋੜਨਾ। ਜਿਨ੍ਹਾਂ ਔਗਣਾਂ ਦੇ ਵਿੱਚ ਫਸ ਕੇ ਇਨਸਾਨ ਇਹੋ ਜਿਹੇ ਕਰਮ ਕਰਦਾ ਪਿਆ ਨਾ, ਉਹਨਾਂ ਔਗਣਾਂ ਨੂੰ ਲੈ ਕੇ ਭਾਈ ਗੁਰਦਾਸ ਜੀ ਪੰਕਤੀ ਬੜੀ ਪਿਆਰੀ ਜੀ 12 ਦੇ ਵਿੱਚ ਹੀ, ਉਹ ਕਹਿੰਦੇ ਗੁਰੂ ਇੱਕ ਐਸਾ ਦੁਕਾਨਦਾਰ ਹੈ ਜਿਹੜਾ ਅਵਗੁਣ ਲੈ ਗੁਣ ਵਿਕਣਾ। ਜਦੋਂ ਵੀ ਕੋਈ ਗੁਰੂ ਦੇ ਕੋਲ ਆਉਂਦਾ ਹੈ ਤੇ ਉਹ ਆਉਣ ਵਾਲੇ ਕੋਲੋਂ ਉਹਦੇ ਔਗੁਣ ਲੈ ਲੈਂਦਾ, ਉਹਨੂੰ ਗੁਣਾਂ ਦੇ ਨਾਲ ਭਰ ਦਿੰਦਾ। ਔਗੁਣ ਲੈ ਲੈਂਦਾ ਤੇ ਗੁਣਾਂ ਦੇ ਨਾਲ ਭਰ ਦਿੰਦਾ। ਇਸ ਤਰ੍ਹਾਂ ਉਹਦੇ ਜੀਵਨ ਨੂੰ ਸਵਾਰਦਾ ਹੈ। ਇੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਵੇਦ ਗ੍ਰੰਥ ਗੁਰ ਹੱਟ ਹੈ ਜਿਸ ਲੱਗ ਭਵਜਲ ਪਾਰ ਉਤਾਰਾ। ਜਦੋਂ ਫਿਰ ਗੁਰੂ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਅਡਾਪਟ ਕੀਤਾ ਜਾਂਦਾ, ਅਪਣਾਇਆ ਜਾਂਦਾ ਹੈ ਨਾ, ਫਿਰ ਇਨਸਾਨ ਇਸ ਸੰਸਾਰ ਸਾਗਰ ਤੋਂ ਤਰਦਾ ਹੈ। ਸੰਸਾਰ ਸਾਗਰ ਤੋਂ ਤਰਨ ਦਾ ਭਾਵ ਹੈ ਉਹਨੂੰ ਸਮਝ ਪੈ ਜਾਂਦੀ ਹੈ ਕਿ ਕਿਵੇਂ ਆਪਣੇ ਜੀਵਨ ਨੂੰ ਇਸ ਸੰਸਾਰ ਦੇ ਵਿੱਚ ਜੀਉਣਾ ਹੈ। ਉਹਨੂੰ ਜੁਗਤ ਆ ਜਾਂਦੀ ਹੈ। ਜੁਗਤ ਦਾ ਮਤਲਬ ਹੈ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਜੀਣਾ ਚਾਹੀਦਾ ਹੈ ਇਸ ਸੰਸਾਰ ਦੇ ਵਿੱਚ। ਕੈਸੇ ਜੀਵਨ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕੀਤੀ, ਫਿਰ ਉਹਦੇ ਅਕੋਰਡਿੰਗਲੀ ਉਹ ਆਪਣੀ ਲਾਈਫ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ। ਸੋ ਭਾਈ ਸਾਹਿਬ ਜੀ ਅੱਗੇ ਕਹਿੰਦੇ ਨੇ ਜੀ ਸਤਿਗੁਰੂ ਬਾਝ ਨਾ ਬੁੱਝੀ ਹੈ ਜਿਚੜ ਧਰੇ ਨਾ ਪ੍ਰਾਪਤ ਬਤਾ।
परमात्मा जिहड़ा है ना वो गुरु रूप दे विच इस दुनिया दे विच आउंदा है ते गुरु तो बिना इंसान नूं समझ पैण वाली नहीं। भट्ट साहिबाना ने अपने सवैयां दे विच किहा गुर बिन घोर अंधार गुरु बिन समझ ना। गुरु तो बिना कहते जीवन के हनेरा ही हनेरा। जिहड़ा गुरु लफ्ज़ है ना जिहड़ा वर्ड है गुरु ये असल च संस्कृत का है तो ये जो वर्ड मीनिंग किए जाते हैं विद्वानों ने जो ये मीनिंग किए इन्हों दो हिस्सों के वंडिया। गग्गे नूं औंकड़ जो पंजाबी च लिखा जाता है ना तुसीं उपर देखते पे हो सत गुर जिहड़ा गुर लफ्ज़ है ना गग्गे नूं औंकड़ ते रारे नूं दुलैंकड़ आपां यूज़ करते जो गुरु लफ्ज़ बोलते वो कहते हैं जी गग्गे नूं औंकड़ लगी हुई है ना इसका मतलब है हनेरा अज्ञानता पाप भ्रिष्टाचार ये सब कुछ गग्गे नूं औंकड़ ते रारे नूं जिहड़ी दुलैंकड़ है इसका मतलब है कि गुरु वो है जिहड़ा इंसान नूं अज्ञानता के हनेरे विचों पापां दे विचों भ्रिष्टाचार के विचों कढ के सच दे नाल जोड़ दिंदा है ना उहनूं गुरु कहते हैं। जिहड़ा माया दे विचों विकारां दे विचों कढ के इंसान नूं सच दे नाल जोड़ देवे जां उहदी सोच नूं चेंज कर देवे जां उहनूं चानण दे विच लै आवे हनेरे तो उहनूं गुरु कहते हैं। ते भाई साहब जी कहते फिर जे गुरु ऐसा है तो फिर सतगुरु बाज ना बुझीए गुरु तो बिना फिर समझ पैण वाली है ही नहीं। जेकर समझ पैण वाली होंदी तो फिर समय समय से गुरु साहिबान नूं दुनिया के विच आउणा ना पैंदा। जेचर धरे ना प्रभ अवतारा परमात्मा आप ही गुरु रूप के विच आउंदा है दुनिया के विच। आसा की बार आप पढ़ते हैं उत्थे गुरु साहब ने स्पष्ट जिक्र किया होया है कहते सतगुर विच आप रखियोण परमात्मा ने अपने आप को गुरु के विच रखिया होया। परमात्मा ते गुरु दोनों एक ने। वैसे अगे भाई साहब ने जिक्र करना है वो की कहते हैं जी कहते गुर परमेश्वर एक है सच्चा शाह जगत बन जाना। गुर परमेश्वर एक है गुरु ते परमात्मा इको ही है दोनों के विच फर्क कोई नहीं। बाणी च भी गुरु साहब कहते हैं गुर परमेश्वर ना ही पे गुरु ते परमात्मा के विच फर्क कोई नहीं एक ही ने। परमात्मा ने अपने आप को गुरु रूप के विच टिकाया हुआ है। जो जन्म साखी पढ़ोगे ना तुसीं गुरु नानक साहब महाराज जी तो उत्थे जिक्र किया होया जी एक घटना का भाई बाले वाली जन्म साखी है वो जिक्र मिलता है एक घटना का। कहते जदों गुरु नानक साहब महाराज सुल्तानपुर लोधी के विच सी मोदी खाने के विच नौकरी करते पे ने दौलत खान लोधी वह मोदी खाना है उत्थे गुरु नानक साहब नौकरी करते पे। तो गुरु नानक साहब की डेली रूटीन की है कि अमृत वेले वो उत्थे सुल्तानपुर लोधी जो तुम जाओगे एक नदी है उस नदी का नाम है जी वेई उन्होंने काली वेई भी वैसे कहा जाता है वेई उस नदी का नाम है। उस नदी से गुरु नानक साहब डेली इशनान करने जाते डेली। होया कि कहते अज इशनान करने वास्ते गए उस नदी के उत्ते ते बाहर ही नहीं निकले बाहर नहीं निकले तो रौला पै गया जी दिन चढ़ाया तो वापस नहीं आए क्योंकि आ जाते से इशनान करके वापस तो रब की बंदगी करनी फिर उन्होंने अपना काम के भी लग जाना नाल बंदगी चलनी नाल काम करना। रौला पै गया कहते गुरु नानक डुब गया नानक डुब गया नानक डुब गया। ये गल बेबे नानकी तक भी पहुंची उन्होंने भी दसिया सुनेहा भेजा गया कहते नानकी तेरा भरा डुब गया। तो बेबे नानकी देखो विश्वास कितना जी तुहानू पता है गुरु नानक साहब का पहला सिख कौन सी बेबे नानकी। बेबे नानकी ने ही गुरु नानक साहब को असल में सब तो पहला पहचाना पिता नहीं पहचान पाया माता जी नहीं पहचान पाया बेबे नानकी ने पहचाना। तो कहते मेरा भरा डुब नहीं सकता तो डुबिया तारना है मेरा भरा डुब नहीं सकता तो डुबिया तारना है। सारे ने मान लिया कि नानक डुब गया पर बेबे नानकी ने नहीं माना। दौलत खान लोधी उन्हें अपने सिपाही भेजे जी जाके लगो भाल करो लभते रहे 2-3 दिन नहीं लभे तो यही मान लिया गया कि नहीं सचमुच डुब गया। 3 दिनों बाद कहते गुरु नानक साहब प्रगट होते हैं बाहर निकलते हैं तो उत्थे जिहड़ियां मसान सिमेट्री उत्थे गुरु साहब बैठ जाते हैं तो एक नारा लगाते हैं ना कोई हिंदू ना मुसलमान। तो खबर फैल जाती है नानक आ गया तो नानक आ तो गया है पर वो
ਇੰਨੀ ਕੋਈ ਗੱਲ ਨਹੀਂ ਕਹਿ ਰਹੇ, ਨਾ ਕੋਈ ਹਿੰਦੂ ਨਾ ਮੁਸਲਮਾਨ ਵਾਲੇ। ਹੁਣ ਉਹ ਜਿਹੜਾ 3 ਦਿਨਾਂ ਦਾ ਸਮਾਂ ਸੀ ਨਾ, ਜਿਹੜੇ ਵੇਈ ਨਦੀ ਦੇ ਵਿੱਚ ਗਏ ਤੇ ਬਾਹਰ ਨਹੀਂ ਨਿਕਲੇ, ਉਹ 3 ਦਿਨਾਂ ਦਾ ਜਿਹੜਾ ਸਮਾਂ ਹੈ ਉਹਦੇ ਬਾਰੇ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਹੁੰਚਦੇ ਨੇ, ਉੱਥੇ ਜਾਂਦੇ ਆ, ਉੱਥੇ ਪਰਮਾਤਮਾ ਦੇ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਤੇ ਉੱਥੇ ਫਿਰ ਪਰਮਾਤਮਾ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਜਾਂਦਾ ਹੈ ਕਿ ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ। ਪਰਮਾਤਮਾ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਨੂੰ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਮੈਂ ਪਰਮੇਸ਼ਰ। ਹੁਣ ਲਫ਼ਜ਼ ਸੁਣੇ ਜੋ ਜਨਮ ਸਾਖੀ 'ਚ ਲਿਖੇ ਨੇ, ਭਾਈ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਗੁਰ ਪਰਮੇਸ਼ਰ ਇੱਕ ਹੈ ਸੱਚਾ ਸ਼ਾਹ। ਹਾਂਜੀ, ਤੇ ਉੱਥੇ ਜਨਮ ਸਾਖੀ ਵਾਲਾ ਕਹਿੰਦਾ ਹੈ ਕਿ ਪਰਮਾਤਮਾ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ, ਕਹਿੰਦੇ ਮੈਂ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ, ਮੈਂ ਪਰਮੇਸ਼ਰ ਹਾਂ ਤੇ ਤੂੰ ਗੁਰ ਪਰਮੇਸ਼ਰ, ਮੇਰਾ ਹੀ ਰੂਪ ਹੈ, ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਤੂੰ ਜਾ ਕੇ ਤੇ ਪਰਮੇਸ਼ਰ ਦਾ ਨਾਮ ਜਪਾ। ਕਹਿੰਦੇ ਉੱਥੋਂ ਫਿਰ ਮੂਲ ਮੰਤਰ ਜਿਹੜਾ ਉਹ ਉੱਥੋਂ ਲੈ ਕੇ ਆਉਂਦੇ ਨੇ ਗੁਰੂ ਨਾਨਕ ਸਾਹਿਬ, ਜਨਮ ਸਾਖੀ ਵਾਲਾ ਲਿਖਦਾ। ਸੋ ਭਾਈ ਸਾਹਿਬ ਕੀ ਕਹਿੰਦੇ ਨੇ, ਗੁਰੂ ਤੇ ਪਰਮੇਸ਼ਰ ਦੇ ਵਿੱਚ ਫਰਕ ਕੋਈ ਨਹੀਂ, ਪਰਮਾਤਮਾ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਰੱਖਿਆ ਹੋਇਆ ਹੈ ਸੰਸਾਰ ਦਾ ਉਧਾਰ ਕਰਨ ਵਾਸਤੇ। ਗੁਰ ਪਰਮੇਸ਼ਰ ਇੱਕ ਹੈ ਸੱਚਾ ਸ਼ਾਹ ਜਗਤ ਵਣਜਾਰਾ। ਕਹਿੰਦੇ ਗੁਰੂ ਇੱਕ ਸੱਚਾ ਸ਼ਾਹ, ਸ਼ਾਹ ਦਾ ਮਤਲਬ ਹੁੰਦਾ ਜੀ ਰਿਚ ਮੈਨ, ਬੜਾ ਦੌਲਤਮੰਦ ਵਿਅਕਤੀ, ਤੇ ਗੁਰੂ ਜਿਹੜਾ ਨਾ ਸੱਚਾ ਸ਼ਾਹ ਹੈ, ਗੁਰੂ ਦੇ ਕੋਲ ਐਸੀ ਦੌਲਤ ਹੈ ਜਿਹੜੀ ਦੁਨੀਆ ਦੇ ਕਿਸੇ ਵੀ ਰਿਚ ਮੈਨ ਦੇ ਕੋਲ ਨਹੀਂ ਹੋ ਸਕਦੀ। ਉਹ ਦੌਲਤ ਗੁਰੂ ਆਪਣੇ ਕੋਲ ਹੀ ਨਹੀਂ ਰੱਖਦਾ, ਉਸ ਦੌਲਤ ਨੂੰ ਗੁਰੂ ਵੰਡਦਾ ਹੈ। ਜਗਤ ਵਣਜਾਰਾ, ਵਣਜਾਰਾ ਜਗਤ ਦੇ ਵਿੱਚ ਕਹਿ ਲਈਏ ਚਾਹੇ ਸੰਸਾਰ ਕਹਿ ਲਈਏ, ਵਪਾਰੀ ਹੈ ਗੁਰੂ, ਜਿਹੜਾ ਇੱਕ ਰਿਚ ਮੈਨ ਹੈ, ਇੱਕ ਸ਼ਾਹ ਹੈ। ਤੇ ਜਦੋਂ ਵੀ ਬਿਜ਼ਨਸ ਕਰਦੇ ਨੇ ਜੀ, ਜਿਹੜੇ ਬਿਜ਼ਨਸਮੈਨ ਨੇ ਉਹ ਐਕਸਪੋਰਟ ਇੰਪੋਰਟ ਦਾ ਕੰਮ ਕਰਦੇ ਨੇ, ਇੱਕ ਕੰਪਨੀ ਦੂਜੀ ਨੂੰ ਜਿਹੜੀ ਹੈ ਉਹ ਸਮਾਨ ਐਕਸਪੋਰਟ ਕੀਤਾ ਜਾਂਦਾ, ਫਿਰ ਉੱਧਰੋਂ ਇੰਪੋਰਟ ਕਰਵਾਇਆ ਜਾਂਦਾ, ਇਹਦਾ ਸਿਸਟਮ ਚੱਲਦਾ, ਤੁਹਾਨੂੰ ਪਤਾ ਹੈ। ਹੁਣ ਸੰਸਾਰ ਦੇ ਜਿਹੜੇ ਜੀਵ ਨੇ ਉਹ ਵਪਾਰੀ ਨੇ, ਗੁਰੂ ਜਿਹੜਾ ਨਾ ਉਹ ਇੱਦਾਂ ਕਹਿ ਲਈਏ ਕਿ ਸ਼ਾਹ ਅਮੀਰ ਆਦਮੀ ਹੈ ਬੜਾ। ਹੁਣ ਇਹ ਜਿਹੜੇ ਲੋਕ ਨੇ ਇਹ ਵਪਾਰ ਕਰਨਾ ਹੈ ਜੀ, ਇਹਨਾਂ ਨੇ ਬਿਜ਼ਨਸ ਕਰਨਾ ਹੈ, ਤੇ ਗੁਰੂ ਦੱਸਦਾ ਹੈ ਫਿਰ ਕਿ ਅਸਲ ਦੇ ਵਿੱਚ ਬਿਜ਼ਨਸ ਕਿਹੜਾ ਕਰਨਾ ਹੈ। ਕਹਿੰਦੇ ਇਹ ਮੇਰੇ ਕੋਲ ਇੱਕ ਦੌਲਤ ਹੈ, ਇਹ ਲਓ ਤੇ ਇਹਦਾ ਵਪਾਰ ਕਰੋ, ਕਿਉਂਕਿ ਇਸੇ ਕਾਰਨ ਲਾਹੇ ਕਾਰਨ ਆਇਆ ਜਗ, ਪ੍ਰੋਫਿਟ ਇਕੱਠਾ ਕਰਨ ਵਾਸਤੇ ਅਸੀਂ ਦੁਨੀਆ ਦੇ ਵਿੱਚ ਆਏ ਹਾਂ। ਵਣਜ ਕਰੋ ਵਣਜਾਰੇ ਹੋ ਲਿਓ, ਵੱਖਰ ਲਿਓ ਸੰਭਾਲ, ਜੈਸੀ ਵਸਤ ਵਿਸਾਹੀ ਹੈ ਤੈਸੀ ਨਿਭੈ ਨਾਲ, ਐਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਗੁਰੂ ਸਾਹਿਬ ਕਹਿੰਦੇ ਤੂੰ ਵਪਾਰੀ ਹੈ, ਤੇ ਵਪਾਰੀ ਦਾ ਕੰਮ ਹੁੰਦਾ ਹੈ ਵਪਾਰ ਕਰਨਾ, ਤੇ ਚੰਗਾ ਵਪਾਰੀ, ਚੰਗਾ ਬਿਜ਼ਨਸਮੈਨ ਉਸ ਨੂੰ ਗਿਣਿਆ ਜਾਂਦਾ ਹੈ ਜਿਹੜਾ ਪ੍ਰੋਫਿਟ ਕਮਾਉਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ। ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋਵੇ, ਉਹ ਚੰਗਾ ਬਿਜ਼ਨਸਮੈਨ ਮੰਨਿਆ ਜਾਂਦਾ ਹੈ। ਉਹ ਲੋਕਾਂ ਵਾਸਤੇ ਇੱਕ ਆਈਡਲ ਬਣ ਜਾਂਦਾ ਜੀ, ਇਹ ਬੰਦੇ ਨੇ ਬੜੀ ਮਿਹਨਤ ਕੀਤੀ, ਬੜਾ ਤਕੜਾ ਬਿਜ਼ਨਸਮੈਨ ਬਣ ਗਿਆ ਜੀ। ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਵੀ ਮਿਹਨਤ ਕਰੋ, ਤੁਸੀਂ ਵੀ ਵਪਾਰ ਕਰੋ, ਕਿਹੜਾ ਉਸ ਵਸਤੂ ਦਾ ਜਿਹੜੀ ਤੁਹਾਡੇ ਨਾਲ ਚੱਲਦੀ ਹੈ। ਤੇ ਉਹ ਵਸਤੂ ਕਿਹੜੀ ਹੈ? ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਦੀ ਬੰਦਗੀ ਹੈ, ਸੱਚ ਦੇ ਨਾਲ ਜੁੜਨਾ, ਤੇ ਜਿਹੜਾ ਸੱਚ ਦੇ ਨਾਲ ਜੁੜੇਗਾ ਉਹ ਅਸਲੀ ਸਭ ਤੋਂ ਚੰਗਾ ਵਪਾਰੀ ਬਣ ਜਾਏਗਾ। ਤੇ ਗੁਰੂ ਸਾਹਿਬ ਕਹਿੰਦੇ, ਭਾਈ ਸਾਹਿਬ ਜੀ ਕਹਿੰਦੇ ਗੁਰ ਪਰਮੇਸ਼ਰ ਇੱਕ ਹੈ ਸੱਚਾ ਸ਼ਾਹ ਜਗਤ ਵਣਜਾਰਾ, ਤੇ ਚੜੇ ਸੂਰ ਮਿਟ ਜਾਏ ਅੰਧਾਰਾ। ਕਹਿੰਦੇ ਜਿਸ ਤਰ੍ਹਾਂ ਹਨੇਰਾ ਹੋਵੇ, ਸੂਰਜ ਚੜ ਜਾਏ, ਹਨੇਰਾ ਖਤਮ ਹੋ ਜਾਂਦਾ ਹੈ। ਅਸਲ 'ਚ ਹਨੇਰਾ ਹੁੰਦਾ ਕੀ ਹੈ ਜੀ? ਵੈਸੇ ਐਬਸੈਂਸ ਆਫ ਲਾਈਟ ਇਹੀ ਹੈ ਜੀ ਹਨੇਰਾ, ਹੋਰ ਤਾਂ ਕੀ ਹੈ? ਪਰ ਹਨੇਰੇ ਦਾ ਕੋਈ ਅਸਤਿਤਵ ਤਾਂ ਹੈ ਨਹੀਂ। ਜਿੱਥੇ ਲਾਈਟ ਹੈ ਉੱਥੇ ਹਨੇਰਾ ਨਹੀਂ, ਜਿੱਥੇ ਹਨੇਰਾ ਹੈ ਉੱਥੇ ਲਾਈਟ ਨਹੀਂ ਹੈ। ਤੇ ਇਹਦਾ ਮਤਲਬ ਇਹ ਨਹੀਂ ਜੇ ਹਨੇਰਾ ਹੈ ਤੇ ਆਪਾਂ ਕਹਿ ਦੇਵਾਂਗੇ ਜੀ ਕਿ ਸੂਰਜ ਹੈ ਹੀ ਨਹੀਂ। ਨਹੀਂ, ਸੂਰਜ ਹੈ, ਬਸ ਹੋਇਆ ਕੀ ਹੈ ਕਿ ਉਹ ਕੁਝ ਸਮੇਂ ਵਾਸਤੇ ਨਾ ਥੋੜਾ ਕਿਸੇ ਸਾਈਡ ਤੋਂ ਸੈੱਟ ਹੋਇਆ ਹੈ। ਜਦੋਂ ਚੜ੍ਹੇਗਾ ਹਨੇਰੇ ਨੇ ਖਤਮ ਹੋ ਜਾਣਾ ਹੈ ਆਪਣੇ ਆਪ। ਇਨਸਾਨ ਦੇ ਅੰਦਰ ਵੀ ਹਨੇਰਾ ਹੈ, ਪਰ ਜਦੋਂ ਗੁਰੂ ਰੂਪੀ ਸੂਰਜ ਚੜ੍ਹਦਾ ਹੈ ਨਾ, ਫਿਰ ਹਨੇਰਾ ਖਤਮ ਹੋ ਜਾਂਦਾ ਹੈ ਸੰਸਾਰ ਦੇ ਵਿੱਚੋਂ, ਇਨਸਾਨ ਦੇ ਅੰਦਰੋਂ। ਜਦੋਂ ਗੁਰੂ ਦਾ ਉਪਦੇਸ਼ ਅੰਦਰ ਵੱਸਦਾ ਹੈ, ਫਿਰ ਉਹਦੇ ਜੀਵਨ ਦੇ ਵਿੱਚ ਵੀ ਪ੍ਰਕਾਸ਼ ਹੋ ਜਾਂਦਾ ਹੈ। ਗੁਰੂ ਚਾਨਣ ਲੈ ਕੇ ਉਹਦੇ ਜੀਵਨ ਨੂੰ ਜਗਮਗਾ ਦਿੰਦਾ ਹੈ। ਸੋ ਇਹ ਭਾਈ ਸਾਹਿਬ ਨੇ ਇਸ ਪੌੜੀ ਦੇ ਵਿੱਚ ਗੱਲ ਸਮਝਾਈ ਹੈ ਕਿ ਇਨਸਾਨ ਜਿਹੜਾ ਹੈ ਨਾ, ਉਹਦੀ ਸੋਚ ਐਸੀ ਹੋ ਗਈ, ਪਾਪ ਫਸਰ ਗਿਆ ਜੀ, ਭ੍ਰਿਸ਼ਟ ਹੋ ਗਿਆ ਇਨਸਾਨ। ਭ੍ਰਿਸ਼ਟ ਹੋਣ ਕਰਕੇ ਚੰਗੇ ਮਾੜੇ ਦੀ ਨੂੰ ਸਮਝ ਕੋਈ ਨਹੀਂ ਰਹੀ, ਵਿਕਾਰਾਂ ਦੇ ਵਿੱਚ, ਪਾਪਾਂ ਦੇ ਵਿੱਚ ਫਸ ਗਿਆ, ਪੂਰੀ ਤਰ੍ਹਾਂ ਦੇ ਨਾਲ ਰੱਬ ਨੂੰ ਭੁੱਲ ਗਿਆ। ਇਹ ਸਮਾਂ ਚੇਂਜ ਹੋਣ ਦੇ ਨਾਲ ਜੋ ਹਾਲਾਤ ਬਣੇ ਦੁਨੀਆ ਦੇ, ਉਹਨਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਕੀਤਾ।
ਤੇ ਜਿਹੜੀ ਅਗਲੀ ਪੌੜੀ ਹੈ ਉਹਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਕੀ ਦੇਖਦੇ ਆ ਕਿ ਕਲਯੁਗ ਬਹੁਤ ਅਵਤਾਰ ਹੈ, ਬਹੁਤ ਅਬੋਧ ਨਾਲ ਦ੍ਰਿਸ਼ਟੀ ਆਵੇ। ਮੇਰੇ ਖਿਆਲ 'ਚ ਹੈ ਕਿ ਤੁਹਾਨੂੰ ਪਤਾ ਹੋਏਗਾ ਜਿਹੜਾ ਬੁੱਧ ਧਰਮ ਹੈ ਇਹ ਇੰਡੀਆ ਦੇ ਵਿੱਚ ਪੈਦਾ ਹੁੰਦਾ ਹੈ। ਇੰਡੀਆ ਦੇ ਵਿੱਚ ਓਰੀਜਨ ਹੁੰਦਾ ਹੈ ਜੀ ਬੁੱਧਿਜ਼ਮ ਦਾ। ਤੇ ਬੁੱਧਿਜ਼ਮ ਜਿਹੜਾ ਹੈ ਨਾ ਇਹ ਆਈਡਲ ਵਰਸ਼ਿਪ ਦੇ ਬਿਲਕੁਲ ਅਗੇਂਸਟ ਸੀ। ਮਹਾਤਮਾ ਬੁੱਧ ਜੀ ਨੇ ਜਦੋਂ ਉਪਦੇਸ਼ ਦੇਣਾ ਸ਼ੁਰੂ ਕੀਤਾ ਉਹਨਾਂ ਨੇ ਮੂਰਤੀ ਪੂਜਾ ਦੇ ਬਿਲਕੁਲ ਖਿਲਾਫ ਨਹੀਂ ਸੀ ਮੰਨਦੇ। ਦੋ ਗੱਲਾਂ, ਇੱਕ ਮੂਰਤੀ ਪੂਜਾ ਨਹੀਂ ਸੀ ਕਰਦੇ ਤੇ ਦੂਜਾ ਰੱਬ ਦੇ ਵਿੱਚ ਇਹਨਾਂ ਦਾ ਵਿਸ਼ਵਾਸ ਨਹੀਂ, ਰੱਬ ਨੂੰ ਨਹੀਂ ਮੰਨਦੇ। ਰੱਬ ਨੂੰ ਨਹੀਂ ਮੰਨਦੇ। ਤੁਸੀਂ ਦੇਖੋਗੇ ਇਹਨਾਂ ਦੇ ਹੁਣ ਦਾ ਤਾਂ ਕਹਿ ਨਹੀਂ ਸਕਦੇ, ਪਰ ਉਹਨਾਂ ਸਮਿਆਂ ਹੁਣ ਤੇ ਚਲੋ ਇਹਨਾਂ ਦੇ ਮੰਦਰਾਂ ਦੇ ਵਿੱਚ ਵੀ ਮੂਰਤੀਆਂ ਆ ਗਈਆਂ, ਪਰ ਜਦੋਂ ਇਹ ਧਰਮ ਸਟਾਰਟ ਹੋਇਆ ਸੀ ਉਸ ਟਾਈਮ ਤੇ ਮੂਰਤੀ ਪੂਜਾ ਇਹ ਨਹੀਂ ਸੀ ਕਰਦੇ ਤੇ ਨਾ ਇਹ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਅਗਨੀ ਪੂਜਾ, ਅਗਨੀ ਦੇ ਵਿੱਚ ਜ਼ਰੂਰ, ਇਹ ਲਾਈਟ ਦੇ ਵਿੱਚ ਜ਼ਰੂਰ ਬਿਲੀਵ ਕਰਦੇ ਸੀ। ਇੰਡੀਆ ਦੇ ਵਿੱਚ ਇਹ ਪੈਦਾ ਹੁੰਦਾ ਹੈ ਤੇ ਮੂਰਤੀ ਪੂਜਾ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ। ਜਦੋਂ ਇਹ ਪੈਦਾ ਹੋਇਆ ਤੇ ਕਾਫੀ ਲੋਕ ਜਿਹੜੇ ਨੇ ਨਾ ਇਹਨਾਂ ਦੇ ਵੱਲ ਅਟਰੈਕਟ ਹੋਏ। ਇੰਡੀਆ ਦੇ ਵਿੱਚ ਬੜੇ ਲੋਕ ਇਹਨਾਂ ਦੇ ਨਾਲ ਜੁੜੇ, ਇੱਥੋਂ ਤੱਕ ਕਿ ਕਈ ਰਾਜੇ, ਅਸ਼ੋਕ ਸਮਰਾਟ, ਉਹ ਵੀ ਇਹਨਾਂ ਦਾ ਚੇਲਾ ਬਣਿਆ। ਸੋ ਕਈ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਦੇ ਪਿੱਛੇ ਲੱਗਣਾ ਸ਼ੁਰੂ ਹੋਏ। ਤੇ ਸਮਾਂ ਜਦੋਂ ਆਉਂਦਾ ਨਾ ਜੀ, ਸਵਾਮੀ ਵਿਵੇਕਾਨੰਦ ਦਾ ਨਾਮ ਸੁਣਿਆ ਹੋਏਗਾ ਤੁਸੀਂ, ਆਰੀਆ ਸਮਾਜ ਦੀ ਜਿਨ੍ਹਾਂ ਨੇ ਸਥਾਪਨਾ ਕੀਤੀ। ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੰਮ ਤੇ ਬੜਾ ਖਰਾਬ ਹੈ, ਇਹ ਤੇ ਹਿੰਦੂ ਧਰਮ ਦੇ ਬਿਲਕੁਲ ਉਲਟ ਕੰਮ ਹੈ ਤੇ ਇਹ ਲੋਕ ਜਿਹੜੇ ਨੇ ਉਹਨਾਂ ਵੱਲ ਅਟਰੈਕਟ ਹੋਈ ਜਾ ਰਹੇ। ਫਿਰ ਉਹਨਾਂ ਨੇ ਇੱਕ ਨਾਰਾ ਲਗਾਇਆ, ਵਿਵੇਕਾਨੰਦ ਜੀ ਨੇ ਕੀ ਨਾਰਾ ਲਗਾਇਆ? ਮੁੜ ਵੇਦਾਂ ਵੱਲ, ਮੁੜ ਵੇਦਾਂ ਵੱਲ। ਫਿਰ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਕਿ ਇੰਡੀਆ ਦੇ ਵਿੱਚੋਂ ਜਿਹੜਾ ਬੁੱਧ ਧਰਮ ਪੈਦਾ ਹੋਣ ਵਾਲਾ ਤੇ ਵਧਣ ਵਾਲਾ ਨਾ, ਉਹਨੂੰ ਇੱਕ ਤਰੀਕੇ ਦੇ ਨਾਲ ਖਤਮ ਹੀ ਕਰ ਦੇਣਾ ਉਸ ਧਰਮ। ਹੁਣ ਇੱਥੇ ਇੱਕ ਜਿਹੜੀ ਗੱਲ ਨੋਟ ਕਰਨ ਵਾਲੀ ਹੈ, ਇਹ ਧਰਮ ਬਿਲਕੁਲ ਸੈਪਰੇਟ ਪੈਦਾ ਹੁੰਦਾ ਹੈ ਤੇ ਬਿਲਕੁਲ ਮੂਰਤੀ ਪੂਜਾ ਦੇ ਖਿਲਾਫ, ਹਿੰਦੂ ਧਰਮ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ। ਪਰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਅੱਗੇ ਚੱਲ ਕੇ ਮਹਾਤਮਾ ਬੁੱਧ ਜੀ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ। ਹਿੰਦੂ ਧਰਮ ਦੇ ਵਿੱਚ ਜਦੋਂ ਤੁਸੀਂ ਅਵਤਾਰ ਪੜ੍ਹੋਗੇ ਨਾ, ਉਹਨਾਂ ਦੇ ਵਿੱਚ ਮਹਾਤਮਾ ਬੁੱਧ ਦਾ ਵੀ ਜ਼ਿਕਰ ਮਿਲੇਗਾ ਤੁਹਾਨੂੰ। ਉਹਨਾਂ ਨੇ ਮਹਾਤਮਾ ਬੁੱਧ ਨੂੰ ਇਹ ਸਾਬਿਤ ਕਰ ਦਿੱਤਾ ਕਿ ਇਹ ਵੀ ਵਿਸ਼ਨੂੰ ਦਾ ਅਵਤਾਰ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ। ਹਾਲਾਂਕਿ ਬਿਲਕੁਲ ਉਹਨਾਂ ਦੀ ਜਿਹੜੀ ਵਿਚਾਰਧਾਰਾ, ਜਿਹੜਾ ਉਹਨਾਂ ਦਾ ਥਾਟ ਪ੍ਰੋਸੈਸ ਹੈ, ਟੋਟਲੀ ਚੇਂਜ, ਵੱਖਰਾ ਸੈਪਰੇਟ ਸੀ। ਅਜੇ ਵੀ ਹੈ, ਜਦੋਂ ਉਹਨਾਂ ਦਾ ਧਰਮ ਗ੍ਰੰਥ ਪੜ੍ਹੋਗੇ ਉਹਦੇ ਵਿੱਚ ਤੁਹਾਨੂੰ ਬੜਾ ਵਖਰੇਵਾਂ ਮਿਲੇਗਾ। ਪਰ ਮੇਨ ਜਿਹੜੀ ਗੱਲ ਸੀ ਨਾ ਮੂਰਤੀ ਪੂਜਾ ਦੇ ਜਿਹੜੇ ਖਿਲਾਫ ਸੀ ਉਹ ਬੋਲਦੇ, ਉਹੀ ਮੂਰਤੀ ਪੂਜਾ ਉਹਨਾਂ ਦੇ ਧਰਮ ਮੰਦਰਾਂ ਦੇ ਵਿੱਚ ਵੜ ਕੇ ਰੱਖ ਦਿੱਤੀ। ਅੱਜ ਬੁੱਧ ਦੀਆਂ ਮੂਰਤੀਆਂ ਹਰ ਇੱਕ ਜਿਹੜਾ ਵੀ ਬੁੱਧ ਧਰਮ ਨੂੰ ਮੰਨਣ ਵਾਲਾ ਉਹਨਾਂ ਦੇ ਘਰ ਮਿਲਣਗੀਆਂ। ਜਿਹੜੇ ਬੁੱਧ ਨੂੰ ਨਹੀਂ ਵੀ ਨਾ ਮੰਨਦੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਤੁਹਾਨੂੰ ਮਿਲਣਗੀਆਂ। ਤੇ ਮਾਫ ਕਰਨਾ, ਸਾਡੇ ਆਪਣੇ ਸਿੱਖ ਉਹਨਾਂ ਦੇ ਘਰਾਂ 'ਚ ਵੀ ਮਹਾਤਮਾ ਬੁੱਧ ਦੀਆਂ ਮੂਰਤੀਆਂ ਦੇਖੀਆਂ। ਸੋ ਉਹ ਧਰਮ ਮੂਰਤੀ ਪੂਜਾ ਨਹੀਂ ਸੀ ਕਰਦਾ, ਪਰ ਉਹ ਵੀ ਕਰਨ ਲੱਗ। ਜੈਨਿਜ਼ਮ ਉਹ ਵੀ ਬਿਲਕੁਲ ਖਿਲਾਫ ਸੀ ਜੀ ਮੂਰਤੀ ਪੂਜਾ ਦੇ, ਉਹ ਵੀ ਮੂਰਤੀ ਪੂਜਾ ਅੱਜ ਕੱਲ੍ਹ ਪੂਰੀ ਤਰ੍ਹਾਂ ਕਰਦੇ ਪਏ। ਸੋ ਭਾਈ ਸਾਹਿਬ ਜੀ ਕੀ ਕਹਿੰਦੇ ਨੇ? ਕਹਿੰਦੇ ਕਲਯੁਗ ਬੋਧ ਅਵਤਾਰ ਹੈ। ਹੁਣ ਇਸੇ ਕਰਕੇ ਹੀ ਭਾਈ ਸਾਹਿਬ ਜੀ ਨੇ ਇੱਥੇ ਬੋਧ ਅਵਤਾਰ ਲਿਖਿਆ। ਅਵਤਾਰ ਦਾ ਮਤਲਬ ਅਵਤਾਰ, ਕਿਉਂਕਿ ਹਿੰਦੂ ਧਰਮ ਕਹਿੰਦਾ ਹੈ ਕਿ ਮਹਾਤਮਾ ਬੁੱਧ ਵਿਸ਼ਨੂੰ ਦਾ 10ਵਾਂ ਅਵਤਾਰ ਹੈ। ਸੋ ਭਾਈ ਸਾਹਿਬ ਜੀ ਕਹਿੰਦੇ ਜੀ ਇਹ ਕਹਿ ਦਈਏ ਕਿ ਕਲਯੁਗ ਦੇ ਵਿੱਚ ਬੋਧ ਅਵਤਾਰ, ਮਹਾਤਮਾ ਬੁੱਧ ਅਵਤਾਰ ਰੂਪ ਦੇ ਵਿੱਚ ਦੁਨੀਆ 'ਚ ਆਇਆ ਤੇ ਫਿਰ ਬੋਧ ਅਬੋਧ ਨਾਲ ਦ੍ਰਿਸ਼ਟੀ ਆ। ਬੁੱਧ ਦਾ ਮਤਲਬ ਸਾਡੀ ਅਕਲ ਹੈ ਨਾ ਜੀ। ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਗਿਆਨ ਤੇ ਕਿਸੇ ਪਾਸੇ ਨਜ਼ਰ ਆ ਹੀ ਨਹੀਂ ਰਿਹਾ। ਲੋਕ ਤੇ ਅਜੇ ਵੀ ਉਹਨਾਂ ਹੀ ਕਰਮਾਂ ਦੇ ਵਿੱਚ ਫਸੇ ਪਏ ਨੇ। ਜੇ ਬੋਧ ਅਵਤਾਰ, ਇੱਥੇ ਇਹ ਨਾ ਸੋਚਿਓ ਕਿ ਮਹਾਤਮਾ ਬੁੱਧ ਨੂੰ ਭਾਈ ਸਾਹਿਬ ਜੀ ਮਾੜਾ ਕਹਿੰਦੇ ਪਏ, ਮਾੜਾ ਨਹੀਂ ਕਹਿ ਰਹੇ। ਜੋ ਲੋਕਾਂ ਦੀ ਹਾਲਤ ਹੋਈ ਪਈ ਸੀ, ਉਸ ਹਾਲਤ ਨੂੰ, ਉਸ ਜੀਵਨ ਨੂੰ ਕੈਚ ਕਰਕੇ ਭਾਈ ਸਾਹਿਬ ਜੀ ਸਮਝਾਉਂਦੇ ਪਏ ਨੇ। ਕਹਿੰਦੇ ਇੱਕ ਬੰਨੇ ਤੁਸੀਂ ਕਹਿੰਦੇ ਕਿ ਮਹਾਤਮਾ ਬੁੱਧ ਕਲਯੁਗ ਦੇ ਅਵਤਾਰ, ਵਿਸ਼ਨੂੰ ਦੇ ਅਵਤਾਰ। ਬੁੱਧ ਦਾ ਮਤਲਬ ਅਕਲ, ਤੇ ਅਕਲ ਤੇ ਕਹਿੰਦੇ ਦੁਨੀਆ ਦੇ ਵਿੱਚ ਮੈਨੂੰ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ। ਚੰਗੇ ਮਾੜੇ ਦੀ ਪਰਖ ਤੇ ਇੱਥੇ ਲੋਕਾਂ ਨੂੰ ਰਹਿ ਕੋਈ ਨਹੀਂ ਗਈ। ਇਹਨਾਂ ਦੀ ਤਾਂ ਮੰਜ਼ਲੀ ਕੋਈ ਹੋਰ ਬਣ ਕੇ ਰਹਿ ਗਈ ਹੈ। ਗਿਆਨ ਦੀ ਤੇ ਗੱਲ ਕਿਤੇ ਇਹਨਾਂ ਦੇ ਅੰਦਰੋਂ ਨਜ਼ਰ ਨਹੀਂ ਆਉਂਦੀ ਪਈ। ਬੋਧ ਅਬੋਧ ਨਾ ਦ੍ਰਿਸ਼ਟੀ ਆ।
ਗਿਆਨ ਤੇ ਅਗਿਆਨ, ਬੋਧ ਅਬੋਧ, ਬੋਧ ਦਾ ਮਤਲਬ ਗਿਆਨ, ਅਬੋਧ ਦਾ ਮਤਲਬ ਅਗਿਆਨ। ਕਹਿੰਦੇ ਬੰਦੇ ਨੂੰ, ਇਨਸਾਨ ਨੂੰ ਗਿਆਨ ਤੇ ਅਗਿਆਨ ਦੀ ਤਾਂ ਪਰਖੀ ਕੋਈ ਨਹੀਂ ਰਹਿ ਗਈ। ਇਹ ਤਾਂ ਧਰਮ ਦੇ ਤੌਰ ਤੇ ਬਿਲਕੁਲ ਅੰਦਰੋਂ ਖਾਲੀ ਹੋਇਆ ਪਿਆ ਇਨਸਾਨ। ਬੋਧ ਅਬੋਧ ਨਾਲ ਦ੍ਰਿਸ਼ਟੀ ਆਵੇ, ਕੋਈ ਨਾ ਕਿਸੇ ਵਰਜੇ, ਸੋਈ ਕਰੇ ਜੋਈ ਮਨ ਭਾਗ। ਕੋਈ ਨਹੀਂ ਜੀ ਕਿਸੇ ਨੂੰ ਵਰਜਦਾ, ਵਰਜਦਾ ਮਤਲਬ ਕੋਈ ਨਹੀਂ ਕਿਸੇ ਨੂੰ ਰੋਕਦਾ ਪਿਆ। ਕਹਿੰਦੇ ਜੋ ਤੇਰਾ ਮਨ ਕਰਦਾ ਹੈ ਕਰੀ ਜਾ, ਮੈਨੂੰ ਤੇਰੇ ਨਾਲ। ਜੇ ਕੋਈ ਗਲਤ ਵੀ ਕਰਦਾ ਪਿਆ ਹੈ, ਜੇਕਰ ਕੋਈ ਇਨਸਾਨ ਗਲਤ ਵੀ ਕਰਦਾ ਪਿਆ ਹੈ ਤੇ ਉਸ ਨੂੰ ਸਮਝਾਉਣ ਦੀ ਬਜਾਏ ਉਹਨੂੰ ਹੋਰ ਥੋੜਾ ਜਿਹਾ ਕੀ ਕਹਿੰਦੇ ਨੇ ਹੌਸਲਾ ਦਿੱਤਾ ਜਾਂਦਾ ਵੀ ਕਰ ਭਾਈ। ਕੋਈ ਸਮਾਂ ਸੀ ਵੈਸੇ ਪੰਜਾਬ ਦੇ ਵਿੱਚ ਨਾ ਐਸਾ ਸਮਾਂ ਵੀ ਰਿਹਾ ਜਦੋਂ ਆਮ ਲੋਕਾਂ ਦੇ ਵਿੱਚ ਬੜਾ ਪਿਆਰ ਹੁੰਦਾ ਸੀ, ਬੜਾ ਪਿਆਰ ਹੁੰਦਾ ਸੀ। ਆਂਢੀ ਗੁਆਂਢੀ, ਮੈਨੂੰ ਨਾ ਵੈਸੇ ਇੰਗਲਿਸ਼ ਦੇ ਵਿੱਚ ਨਾ ਦੋ ਵਰਡ ਬੜੇ ਫੇਮਸ ਨੇ ਅੱਜ ਕੱਲ੍ਹ, ਇੱਕ ਆਂਟੀ ਤੇ ਇੱਕ ਅੰਕਲ। ਇਹਨਾਂ ਦੋਨਾਂ ਲਫ਼ਜ਼ਾਂ ਨੇ ਰਿਸ਼ਤੇ ਖਤਮ ਕਰਕੇ ਰੱਖ ਦਿੱਤੇ ਜੀ। ਚਾਚਾ ਉਹ ਵੀ ਅੰਕਲ ਹੈ ਜੀ, ਤਾਇਆ ਉਹ ਵੀ ਅੰਕਲ ਹੈ, ਮਾਸੜ ਉਹ ਵੀ ਅੰਕਲ ਹੈ, ਫੁੱਫੜ ਉਹ ਵੀ ਅੰਕਲ ਹੈ। ਆਂਟੀਆਂ ਵੀ ਇੱਦਾਂ ਹੀ ਹੈ ਜੀ, ਚਾਚੀ ਆਂਟੀ ਹੈ, ਤਾਈ ਵੀ ਆਂਟੀ ਹੈ, ਭੂਆ ਵੀ ਆਂਟੀ ਹੈ। ਹਾਂਜੀ, ਸਾਰੇ ਰਿਸ਼ਤੇ ਹੀ ਖਤਮ ਕਰਕੇ ਰੱਖ ਦਿੱਤੇ ਇਹਨਾਂ ਦੋਨਾਂ ਲਫ਼ਜ਼ਾਂ ਨੇ। ਤੇ ਜਦੋਂ ਇਹ ਚਾਚਾ, ਹੁਣ ਭਾਵੇਂ ਮੇਰੇ ਗੁਆਂਢ ਦੇ ਵਿੱਚ ਰਹਿਣ ਵਾਲਾ ਜਿਹੜਾ ਪਰਿਵਾਰ ਹੈ ਉਹ ਚਾਹੇ ਮੇਰੇ ਪਿਤਾ ਜੀ ਦਾ ਭਰਾ ਹੈ ਚਾਹੇ ਨਹੀਂ ਹੈ, ਨਹੀਂ ਵੀ ਹੈ, ਤਾਂ ਵੀ ਮੈਂ, ਜੇ ਮੇਰੇ ਪਿਤਾ ਜੀ ਤੋਂ ਉਮਰ ਦੇ ਵਿੱਚ ਉਹ ਛੋਟਾ ਹੈ ਤੇ ਮੈਂ ਉਹਨਾਂ ਨੂੰ ਚਾਚਾ ਹੀ ਕਹਿੰਦਾ। ਪਿੰਡਾਂ ਦੇ ਵਿੱਚ ਮੈਂ ਉਹਨਾਂ ਨੂੰ ਚਾਚਾ ਹੀ ਕਹਿੰਦਾ ਸੀ, ਹੁਣ ਨਹੀਂ ਕਹਿੰਦੇ, ਵੈਸੇ ਹੁੰਦੇ ਆਂਟੀ ਅੰਕਲ ਹੀ ਚੱਲਦਾ ਹੈ, ਚਾਚਾ ਕਹਿੰਦੇ ਸੀ। ਜਿਹੜਾ ਉਹ ਪਿਤਾ ਜੀ ਦਾ ਰੀਅਲ ਬ੍ਰਦਰ ਹੈ ਉਹ ਤਾਂ ਚਾਚਾ ਕਹਿਣਾ ਹੀ ਹੈ, ਪਰ ਜਿਹੜਾ ਗੁਆਂਢੀ ਹੈ ਨਾ, ਜੇ ਉਮਰ ਦੇ ਵਿੱਚ ਛੋਟਾ ਹੈ ਤਾਂ ਉਹਨੂੰ ਵੀ ਚਾਚਾ ਕਿਹਾ ਜਾਂਦਾ ਸੀ, ਜੇ ਵੱਡਾ ਸੀ ਤਾਂ ਉਹਨੂੰ ਤਾਇਆ ਕਿਹਾ ਜਾਂਦਾ ਸੀ। ਪਿਆਰ ਸੀ ਜੀ ਇਹਨਾਂ ਲਫ਼ਜ਼ਾਂ ਦੇ ਵਿੱਚ, ਖਤਮ ਹੋ ਗਿਆ। ਬਾਏ ਚਾਂਸ ਜੇਕਰ ਕਿਤੇ ਮੇਰੇ ਗੁਆਂਢੀ ਦਾ ਜਿਹੜਾ ਮੁੰਡਾ ਹੈ ਉਹ ਬਾਹਰ ਖੜਾ ਹੈ ਰੋਡ ਦੇ ਉੱਤੇ, ਤੇ ਉਸ ਇਨਸਾਨ ਦੇ ਕੋਲ ਖੜਾ ਹੈ ਜਿਹਦੇ ਬਾਰੇ ਪਿੰਡ ਦੇ ਵਿੱਚ ਪਤਾ ਹੈ ਕਿ ਜੀ ਇਹ ਬੰਦਾ ਬੜਾ ਮਾੜਾ ਹੈ, ਇਹ ਬੰਦਾ ਗਲਤ ਹੈ, ਇਹਦੇ ਕੰਮ ਗਲਤ ਨੇ, ਇਹ ਗਲਤ ਕੰਮ ਕਰਦਾ ਹੈ। ਤੇ ਜੇ ਉਹਦੇ ਕੋਲ ਖੜਾ ਹੈ ਨਾ ਤੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਉਹ ਜਾ ਕੇ ਫਿਰ ਆਪਣੇ ਗੁਆਂਢੀ ਨੂੰ ਕਹਿੰਦਾ ਸੀ, ਕਹਿੰਦਾ ਭਲਿਆ ਮੁੰਡਾ ਤੇਰਾ ਉੱਥੇ ਖੜਾ ਹੈ, ਉਹਦੇ ਕੋਲ ਖੜਾ ਹੈ, ਠੀਕ ਨਹੀਂ, ਉਹਨੂੰ ਫੜ ਲਿਆ ਉੱਥੇ। ਜਾਂ ਕੀ ਹੁੰਦਾ ਸੀ ਕਿ ਜੇ ਦੇਖ ਲੈਣਾ ਕਿ ਉਹਦੇ ਕੋਲ ਖੜਾ ਹੈ ਤੇ ਆਪ ਹੀ ਉਹਨੂੰ ਕਹਿ ਦੇਣਾ, ਕਾਕਾ ਤੇਰਾ ਇੱਥੇ ਕੀ ਕੰਮ, ਚੱਲ ਕਰ ਚੱਲ ਆਪਣਾ। ਪਿਆਰ ਸੀ, ਤੇ ਪਿਆਰ ਇਹ ਆਪਣੀ ਜ਼ਿੰਮੇਵਾਰੀ ਸਮਝੀ ਜਾਂਦੀ ਸੀ ਪਿਆਰ ਕਰਕੇ ਜੀ। ਕਲੋਜ਼ ਸੀ ਨਾ ਇੱਕ ਦੂਜੇ ਦੇ ਬੜੇ ਲੋਕ। ਹਾਂ ਠੀਕ ਹੈ, ਕਈ ਵਾਰ ਲੜਾਈ ਝਗੜੇ ਵੀ ਹੁੰਦੇ ਸੀ, ਅਜੇ ਵੀ ਹੁੰਦੇ ਨੇ, ਪਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਸੀ ਨਾ ਤੇ ਆਪਣਾ ਫਰਜ਼ ਸਮਝ ਕੇ ਕਿ ਕਿਤੇ ਮੁੰਡਾ ਵਿਗੜ ਨਾ ਜਾਏ ਸਮਝਾਉਂਦੀ ਸੀ ਜੀ। ਪਰ ਅੱਜ ਕੱਲ੍ਹ ਕੀ ਹੋ ਰਿਹਾ ਹੈ ਭਾਈ ਸਾਹਿਬ ਜੀ, ਕਹਿੰਦੇ ਕੋਈ ਨਾ ਕਿਸੇ ਬੱਚੇ। ਅੱਜ ਤਾਂ ਇਹ ਹੁੰਦਾ ਹੈ ਕਿ ਮੇਰਾ ਗਵਾਂਢੀ ਦਾ ਮੁੰਡਾ ਚੰਗੇ ਪਾਸੇ ਕਿਉਂ ਜਾਂਦਾ ਪਿਆ, ਇਹ ਮਾੜੇ ਪਾਸੇ ਕਿਉਂ ਨਹੀਂ ਜਾਂਦਾ, ਇਹ ਗੁਰਦੁਆਰੇ ਕਿਉਂ ਜਾ ਰਿਹਾ ਹੈ, ਇਹ ਪੱਬ ਕਿਉਂ ਨਹੀਂ ਜਾਂਦਾ, ਹਾਂਜੀ ਗਲਤ ਪਾਸੇ ਕਿਉਂ ਨਹੀਂ ਜਾਂਦਾ। ਮਾਫ ਕਰਨਾ, ਇਹਦਾ ਕਿਉਂ ਕੋਈ ਪੱਬ ਦਾ ਯੂਜ਼ ਕਰਦਾ, ਪੱਬ ਮਾੜਾ ਥੋੜ੍ਹੀ ਨਾ, ਕहीं ਕਹਿਣਗੇ ਪੱਬ ਮਾੜਾ ਥੋੜ੍ਹੀ ਨਾ ਹੁੰਦਾ ਹੈ ਨਾ। ਸੋ ਮਤਲਬ ਗਲਤ ਰਸਤੇ ਪਾਉਣ ਵਾਲੀ ਗੱਲ ਹੈ ਜੀ। ਸੋ ਭਾਈ ਸਾਹਿਬ ਜੀ ਕਹਿੰਦੇ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਕਿ ਕੋਈ ਨਾ ਕਿਸੇ ਵਰਜੇ, ਕੋਈ ਗਲਤ ਵੀ ਕਰਦਾ ਪਿਆ ਜਿਹਦਾ ਧਰਮ ਦੇ ਨਾਲ ਸੰਬੰਧ ਹੀ ਕੋਈ ਨਹੀਂ, ਜੇ ਉਹ ਵੀ ਕੰਮ ਕਰਦਾ ਪਿਆ ਤੇ ਭਾਈ ਸਾਹਿਬ ਜੀ ਕਹਿੰਦੇ ਰੁਕਦਾ ਹੀ ਕੋਈ ਨਹੀਂ। ਆਹ ਜਿਹੜਾ ਸਮਾਂ ਹੁਣ ਚੱਲਦਾ ਪਿਆ ਨਾ, ਆਹ ਜਿਹੜੇ ਦਿਨ ਚੱਲਦੇ ਪਏ ਨੇ, ਸਮੇਂ ਦਾ ਮਤਲਬ ਜਿਹੜੇ ਦਿਨ ਚੱਲਦੇ ਪਏ ਨੇ, ਇਹਨਾਂ ਦਿਨਾਂ ਦੇ ਵਿੱਚ ਨਾ ਸ਼ਰਾਧ ਹੁੰਦੇ ਨੇ, ਸ਼ਰਾਧਾਂ ਦਾ ਸਮਾਂ ਹੈ ਜੀ। ਤੇ ਮੇਰੇ ਖਿਆਲ 'ਚ ਜੀ ਕਿ ਚਲੋ ਜਿਹੜੇ ਧਰਮ ਦੇ ਵਿੱਚ ਇਹਨਾਂ ਨੂੰ ਮੰਨਿਆ ਜਾਂਦਾ, ਮੰਨਣ, ਸਾਨੂੰ ਕੋਈ ਪ੍ਰੋਬਲਮ ਥੋੜ੍ਹੀ ਨਾ ਹੈ, ਪਰ ਦੁੱਖ ਉਦੋਂ ਲੱਗਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣ ਵਾਲਾ ਆਣ ਕੇ ਕਹਿੰਦਾ ਨਾ ਕਿ ਕਹਿੰਦਾ ਗਿਆਨੀ ਜੀ ਮੇਰੇ ਪਿਤਾ ਜੀ ਦਾ ਅੱਜ ਸ਼ਰਾਧ ਹੈ, ਦੁੱਖ ਉਦੋਂ ਲੱਗਦਾ, ਉਸ ਟਾਈਮ ਤੇ ਦੁੱਖ ਲੱਗਦਾ ਕਿ ਇਹ ਜਿਨ੍ਹਾਂ ਕੰਮਾਂ ਦੇ ਵਿੱਚ ਤੂੰ ਫਸ ਗਿਆ ਹੈ, ਇਹਨਾਂ ਕੰਮਾਂ ਤੋਂ ਤਾਂ ਗੁਰੂ ਸਾਹਿਬ ਨੇ ਬਾਹਰ ਕੱਢਿਆ ਹੈ। ਗੁਰੂ ਸਾਹਿਬ ਨੇ ਕਾਹਦਾ ਸ਼ਰਾਧ, ਜਿਹੜਾ ਚਲਾ ਗਿਆ ਇਸ ਦੁਨੀਆ ਤੋਂ, ਨਾਨਕ ਅੱਗੇ ਸੋ ਮਿਲੇ ਆਸਾ ਕੀ ਬਾਤ, ਜੇ ਖੰਡੇ ਘਾਲੇ ਦੇ ਅੱਗੇ ਤੇ ਉਹ ਮਿਲਣਾ ਜੋ ਉਸ ਬੰਦੇ ਨੇ ਇਸ ਜੀਵਨ ਦੇ ਵਿੱਚ ਕਮਾਇਆ ਸੀ। ਜਿਸ ਤਰ੍ਹਾਂ ਦੇ ਉਹਦੇ ਕਰਮ ਸੀ ਨਾ, ਉਹਨਾਂ ਕਰਮਾਂ ਦਾ ਫਲ ਉਹਨੂੰ ਅੱਗੇ ਮਿਲਣਾ ਹੈ। ਉਹਦੇ ਜਾਣ ਤੋਂ ਬਾਅਦ
जो मर्जी कर लो, तुसीं अगे कुछ नहीं होना। हाँ, एक गल जरूर है, गुरु साहब का एक शब्द है कि बड़ा बड़ा प्यारा शब्द है, वो तुसीं सुनते भी हो, बहुत बार सुनिया होएगा। तो जो इत्थे प्रोग्राम होंदे ना गुरु घर दे विच, खास करके किसी सिंधी फैमिली का होवे, तो उन्होंने वास्ते तो वो शब्द कंपलसरी है जी, मेरे ख्याल समझ गए होगी, वो कंपलसरी है जी शब्द। वो एक पंक्ति आती है, पूता माता की आसीस, है ना जी। वो गुरु साहब कहते हैं, कहते जे सचमुच तू अपने पितरां दा, अपने एंसैस्टर्स का भला चाहना है, तो फिर एक काम कर, कि कहते उस मालिक को याद कर, रब को याद कर, जिस सिमरत सब किलविक नासै, पितरी होए उधारो। पितरी, पितरी मतलब एंसैस्टर्स, पितरी होए उधार। कहते रब का नाम जप, तेरा भी उधार हो जाएगा, उन्होंने भी उधार हो जाएगा। यह काम नहीं करना, पर किसी को प्रसादा छकाना जो ना वो ईजी है, क्योंकि रब का आखना औखा, साचा नाम बड़ा औखा जी, नहीं जपया जाता। पर गुरु साहब कहते नहीं, कोई ना किसी, गुरु साहब ने वरजिया जी, गुरु साहब ने रोकया यहो जिहे कर्म कांडां तो इंसानां, फसाया नहीं, गुरु साहब ने कढ़िया। कहते नहीं की करते पे हो तुसीं, इन्हां दे नाल की होएगा, कुछ नहीं होने वाला, जिहड़ा काम करने वाला है वो करो, इन्हां कामां दे विच कुछ नहीं। कोई ना किसी मर्जी सोई करे जोई मन भावे, जिस तरह किसी के मन की मर्जी है, इंसान उस तरह ही करना पे। कोई किसी को रोकता नहीं पाया, जे कोई गलत कर रहा है तो गलत करी जा रहा है, मैनू पता है कि ये काम गलत करता पे, पर फिर भी मैं ठीक, मैनू की, मैं थोड़ी ना करता पे, मेरा थोड़ी ना कुछ करता पे। एक शायर जी, वो मर गया वैसे बेचारा, बड़ा कमाल का शायर से, राहत इंदारी। उन्हें एक बारी बड़ा बड़ा कमाल का उन्हें शेर सुनाया सी, कहता लगेगी लगेगी आग जलेंगे घर कई, इस शहर में मेरा ही मकान थोड़ी है। कहता अग लगेगी तो कई घर सड़ते हैं, हुण इस शहर के मेरा इकल्ले का मकान, मेरा इकल्ले का घर थोड़ी है, होर भी कई इनू की सड़दा सड़े। यह जी सोच है ना जी, बड़ी खतरनाक है। मैनू की एक होर है जी, लोग की कहणगे। यह दो गल्लां जिहड़ियां ने ना बहुत खतरनाक ने इंसानी जीवन वास्ते। लोग की कहणगे बड़ी खतरनाक। गुरु साहब ने कहा, कहते लोगों की परवाह क्यों करते। कबीर साहब कहते मेरा मन मान गया रब दे नाल। कबीर साहब कहते कहे कबीर मन मानिया तो हर जाने। हाँ जी, मन मान्या लोग ना भतीजे। कहते मेरा मन मान गया, लोग नहीं मानते। कहते ना भतीजा तो क्या कि जे नहीं मानते तो ना मनन मैनू। हाँ जी, सो गुरु भाई साहब जी कहते कोई ना किसी मर्जी सोई करे जोई मन भावे। इंसान अपनी मर्जी के मुताबिक करी जा रहे, गलत करता है करी जा रहे, ना कोई रोकता है ना कोई टोकता है। किसे पुजाई सिला सुन, कोई गोरी मड़ी पुजावे, कोई मूर्ति पूजा के लग गया, पत्थर पूजा के लग गया, कहते कोई कबरां की पूजा के रख गया। पर हैरानगी की गल यह है जी, चलो हिंदू धर्म के मूर्ति पूजा होती है, करते पे ने, है ना। इस्लाम के जी ना कबरां की पूजा नहीं है। इस्लाम के कबरां की पूजा नहीं है, वो नहीं पूजते जी कबरां। तुसी किते सर्च करके देख लो, चाहे यूट्यूब पर जाकिर नायक करके जी बंदा है, तो वो स्पीचस दिता, बड़ा बड़ी वड्डी गिणती के लोग वो सामने बैठे होंगे। ਉਹਦੀ ਇੱਕ ਉਹਦਾ ਕਲਿੱਪ ਇੱਕ ਸੁਣਨ ਨੂੰ ਮਿਲਿਆ ਸੀ। ਇੱਕ ਸਿੱਖ ਨੇ ਸਵਾਲ ਕੀਤਾ ਸੀ ਉਸ ਨੂੰ, ਕਹਿੰਦੇ ਤੁਸੀਂ ਦੱਸੋ ਤੁਹਾਡੇ ਧਰਮ ਦੇ ਵਿੱਚ ਕਬਰਾਂ ਦੀ ਪੂਜਾ ਹੈ? ਤੇ ਫਿਰ ਉੱਥੇ ਉਹਨੇ ਕਿਹਾ, ਸਪਸ਼ਟ ਕਿਹਾ ਲਫ਼ਜ਼ਾਂ ਵਿੱਚ, ਇਸਲਾਮ ਕਹਿੰਦਾ ਕਬਰਾਂ ਦੀ ਪੂਜਾ ਕਰਨ ਦੀ ਇਜਾਜ਼ਤ ਦਿੰਦਾ ਹੀ ਨਹੀਂ ਹੈ। ਤੇ ਹੈਰਾਨਗੀ ਦੀ ਗੱਲ, ਜਿਸ ਧਰਮ ਦੀਆਂ ਕਬਰਾਂ ਪੂਜੀਆਂ ਜਾ ਰਹੀਆਂ ਨੇ ਉਹ ਨਹੀਂ ਪੂਜਦੇ ਪਏ। ਪੂਜ ਕੌਣ ਰਿਹਾ ਹੈ? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਾ। ਉਹ ਪੰਜਾਬ ਦੇ ਵਿੱਚ ਤੁਸੀਂ ਦੇਖੋ ਨਾ, रोड के उत्ते जाते एक पिंड के विचों बाहर निकलते दो तीन कबरां तुहानूं मिल जाण। सो भाई साहब जी कहते हैं कोई गोरी मड़ी पुजावे, पूजते पे ने ते लगे पे ने अपने अपने काम दे विच। बड़ी हैरानगी की गल है, कहते जिथों मिलना कुछ नहीं। गुरु ग्रंथ साहब पढ़ो तुसीं, भगत बाणी खास करके। असल च उन्नी शब्दावली गुरु साहब ने, मैं लफ्ज़ एक यूज़ कर लगा जी, हो सकता कि ठीक ना लगे, मैं खिमा मंगांगा। उन्नी कठोर शब्दावली गुरु साहबा ने नहीं यूज़ की जिन्नी भगतां ने की। कबीर साहब की बाणी पढ़ो, भगत नामदेव जी की बाणी पढ़ो,
ਤੁਹਾਨੂੰ ਪਤਾ ਲੱਗੇਗਾ ਕਿੰਨੀ ਕਠੋਰ ਸ਼ਬਦਾਵਲੀ ਉਹਨਾਂ ਨੇ ਯੂਜ਼ ਕੀਤੀ ਹੋਈ ਹੈ ਜੀ ਬਾਣੀ 'ਚ, ਖਾਸ ਕਰਕੇ ਮੂਰਤੀ ਪੂਜਾ ਦੇ ਸੰਬੰਧ ਵਿੱਚ। ਕਹਿੰਦੇ ਤੂੰ ਮੂਰਤੀ ਪੂਜਾ ਦੇ ਵਿੱਚ ਲੱਗਾ, ਇਹ ਤੇ ਡੁੱਬ ਜਾ, ਪੱਥਰ ਤੇ ਡੁੱਬ ਜਾਣ ਵਾਲਾ, ਜਿਹੜਾ ਆਪ ਡੁੱਬਣ ਵਾਲੇ ਤੈਨੂੰ ਕਿੱਦਾਂ ਤਾਰਦਾ ਹੈ? ਜੋ ਆਪ ਡੁੱਬੇ ਤੂੰ ਕਹਾਂ ਤਾਰਨਹਾਰ ਭਗਤ ਬਾਣੀ ਹੈ, ਜਿਹੜਾ ਆਪ ਡੁੱਬਣ ਵਾਲਾ ਤੈਨੂੰ ਕਿੱਥੋਂ ਤਾਰਦਾ ਹੈ? ਸੋ ਭਾਈ ਸਾਹਿਬ ਜੀ ਕਹਿੰਦੇ ਕੀ ਕਰਦੇ ਪਏ ਨੇ ਲੋਕ ਕਿ ਕਿਸੇ ਪੁਜਾਈ ਸਿਲਾ ਸੁਣ ਕੋਈ ਗੋਰੀ ਮੜੀ ਪੁਜਾਵੇ, ਮੰਤਰ ਤੰਤਰ ਪਾਖੰਡ ਕਰ ਕਲੈ ਕ੍ਰੋਧ ਬਹੁਵਾਦ ਵਧਾ। ਮੈਨੂੰ ਦੁੱਖ ਲੱਗ ਗਿਆ ਜੀ ਕੋਈ, ਤੇ ਮੈਂ ਕਿਸੇ ਜੋਤਸ਼ੀ ਦੇ ਕੋਲ ਜਾਂ ਬਾਬੇ ਦੇ ਕੋਲ ਚਲਾ ਗਿਆ, ਉਹਨੂੰ ਜਾ ਕੇ ਕਿਹਾ ਬਾਬਾ ਜੀ ਮੈਨੂੰ ਆਹ ਦੁੱਖ ਹੈ। ਉਹਨੇ ਬਾਬੇ ਨੇ ਕੀ ਕੀਤਾ ਹੈ ਕਿ ਇੱਕ ਮੰਤਰ ਦੇ ਦਿੱਤਾ ਮੈਨੂੰ, ਕਹਿੰਦੇ ਤੂੰ ਆਹ ਮੰਤਰ ਦਾ ਜਾਪ ਕਰਨਾ। ਨਹੀਂ ਬਾਬਾ ਜੀ ਮੰਤਰ ਦਾ ਜਾਪ ਤਾਂ ਮੈਂ ਕਰ ਲਵਾਂਗਾ, ਮੈਨੂੰ ਕੋਈ ਕੁਛ ਹੋਰ ਵੀ ਦਿਓ ਜਿਹੜਾ ਮੈਂ ਆਪਣੇ ਇੱਥੇ ਡੋਲੇ ਤੇ ਬੰਨ੍ਹ ਸਕਾਂ। ਉਹਨੂੰ ਕਹਿੰਦੇ ਨੇ ਜੀ ਜੰਤਰ, ਉਹਨੂੰ ਜੰਤਰ ਕਹਿੰਦੇ ਨੇ, ਉਹਨੂੰ ਤਾਵੀਜ਼ ਕਹਿੰਦੇ ਨੇ। ਇਸਲਾਮ ਦੇ ਵਿੱਚ ਤਾਵੀਜ਼ ਨੂੰ ਗਲੇ ਦੇ ਵਿੱਚ ਪਾਉਂਦੇ ਨੇ, ਇੱਥੇ ਵੀ ਬੰਨ੍ਹੇ ਹੁੰਦੇ ਬੱਚਿਆਂ ਦੇ ਵੀ। ਉਹ ਮੰਤਰ ਜਿਹੜੇ ਰਿਸਾਈਟ ਕਰਨ ਵਾਸਤੇ ਦਿੱਤੇ ਜਾਂਦੇ ਨੇ, ਜੰਤਰ ਜਿਹੜੇ ਲਿਖ ਕੇ ਉਹ ਤੁਹਾਨੂੰ ਕਹਿ ਦਿੱਤਾ ਜਾਂਦਾ ਜਾਂ ਤਾਂ ਇਹਨੂੰ ਗਲ ਦੇ ਵਿੱਚ ਪਾ ਲਓ ਜਾਂ ਆਪਣੇ ਇੱਥੇ ਡੌਲੇ ਤੇ, ਡੌਲਾ ਕਹਿੰਦੇ ਨੇ ਜੀ ਬਾਈਸਰ, ਇੱਥੇ ਬੰਨ ਲਓ, ਬਣਦੇ ਨੇ ਲੋਕ। ਤੇ ਭਾਈ ਸਾਹਿਬ ਜੀ ਕਹਿੰਦੇ ਲੋਕ ਕਰਦੇ ਪਏ ਨੇ ਜੀ ਮੰਤਰ ਤੰਤਰ ਪਾਖੰਡ ਕਰ ਕਲੈ ਕ੍ਰੋਧ ਬਹੁਵਾਦ ਵਧਾਵੇ। ਚਲੋ ਉਸ ਟਾਈਮ ਤੇ ਜੀ ਲੋਕ ਪੜ੍ਹੇ ਲਿਖੇ ਨਹੀਂ ਸੀ ਤਾਂ ਸਮਝ ਆਉਂਦੀ ਹੈ ਗੱਲ, ਅੱਜ ਤੇ ਪੜ੍ਹੇ ਲਿਖੇ ਨੇ ਲੋਕ। ਅੱਜ ਵੀ ਇਹੋ ਜਿਹੀਆਂ ਗੱਲਾਂ ਤੁਹਾਨੂੰ ਕਿਸੇ ਨਾ ਕਿਸੇ ਦੇ ਹੱਥ, ਕਿਸੇ ਨਾ ਕਿਸੇ ਨੇ ਜ਼ਿਆਦਾਤਰ ਤੁਹਾਨੂੰ ਨਜ਼ਰ ਆਉਣਗੀਆਂ। ਠੀਕ ਹੈ ਕਿ ਥੋੜ੍ਹਾ ਜਿਹਾ ਚੇਂਜ ਹੋ ਗਿਆ ਹੈ, ਧਾਗਿਆਂ ਧੂਗਿਆਂ ਦੇ ਵਿੱਚ ਥੋੜ੍ਹੇ ਜਿਹੇ ਕਨਵਰਟ ਹੋ ਗਏ ਨੇ, ਪਰ ਨਜ਼ਰ ਜ਼ਰੂਰ ਤੁਹਾਨੂੰ ਆਉਣਗੇ ਕਿਸੇ ਨਾ ਕਿਸੇ ਦੇ ਹੱਥ ਦੇ ਉੱਤੇ, ਗੋਡੇ ਦੇ ਉੱਤੇ ਜਾਂ ਪੈਰ ਦੇ ਉੱਤੇ। ਆਹ ਜਿਹੜੀ ਸਾਡਾ ਲੱਤ ਦਾ ਜਿਹੜਾ ਹੁੰਦਾ ਨਾ ਐਂਕ ਹੁੰਦਾ ਜੀ, ਇੱਥੇ ਨਜ਼ਰ ਜ਼ਰੂਰ ਆਉਣਗੇ। ਭਾਈ ਸਾਹਿਬ ਜੀ ਕਹਿੰਦੇ ਲੋਕ ਇਹੋ ਜਿਹੇ ਵਹਿਮਾਂ ਦੇ ਵਿੱਚ, ਪਖੰਡਾਂ ਦੇ ਵਿੱਚ ਫਸ ਕੇ ਰਹਿ ਗਏ। ਇਹਨਾਂ ਤੋਂ ਇਲਾਵਾ ਨਿਕਲ ਨਹੀਂ ਪਾ ਜੀ ਇਹਨਾਂ ਦੇ ਵਿੱਚ, ਉਦੋਂ ਵੀ ਫਸੇ ਸੀ, ਅਜੇ ਵੀ ਫਸੇ ਪਏ ਨੇ। ਤੇ ਅਗਲੀ ਗੱਲ ਕਹਿੰਦੇ ਆਪੋ ਧਾਪੀ ਹੋਏ ਕਹਿ ਨਿਆਰੇ ਨਿਆਰੇ ਧਰਮ ਚਲਾਵੇ। ਆਪੋ ਧਾਪੀ, ਆਪੋ ਧਾਪੀ ਦਾ ਮਤਲਬ ਹੁੰਦਾ ਹੈ ਕਿ ਆਪਣੇ ਆਪ ਦੀ ਗੱਲ ਕਰਨੀ, ਕਿ ਬਸ ਮੈਂ ਹੀ ਮੈਂ ਜੀ, ਮੈਂ ਹੀ ਮੈਂ, ਦੂਜੇ ਦੀ ਪਰਵਾਹ ਨਾ ਕਰਨੀ। ਉਹ ਪਿੱਛੇ ਰਹਿ ਗਿਆ, ਰਹਿਣ ਦਿਓ, ਮੈਂ ਤੇ ਬਚ ਗਿਆ, ਮੇਰੀ ਗੱਲ ਹੋਣੀ ਚਾਹੀਦੀ ਹੈ, ਦੂਜੇ ਦਾ ਕੀ ਹੈ। ਆਪੋ ਧਾਪੀ ਹੋਏ ਕਹਿ ਨਿਆਰੇ ਨਿਆਰੇ ਧਰਮ ਚਲਾਵੇ। ਨਿਆਰੇ ਨਿਆਰੇ ਧਰਮ ਦਾ ਮਤਲਬ ਇੱਥੇ ਹੈ ਜੀ ਕਿ ਆਪਣੀ ਆਪਣੀ ਸੋਚ ਨੂੰ ਯੂਜ਼ ਕਰਨਾ, ਆਪਣੀ ਆਪਣੀ ਗੱਲ ਅੱਗੇ ਰੱਖਣੀ, ਆਪਣੇ ਆਪਣੇ ਧਰਮ ਦੀ ਗੱਲ ਕਰਨੀ। ਧਰਮ ਦੀ ਗੱਲ ਕਰਨੀ ਮਾੜੀ ਨਹੀਂ, ਪਰ ਜਦੋਂ ਆਪਣੇ ਧਰਮ ਦੀ ਗੱਲ ਕਰਦਿਆਂ ਹੋਇਆ ਕਿਸੇ ਨੂੰ ਮਾੜਾ ਕਹਿ ਦੇਣਾ ਉਹ ਗਲਤ ਹੁੰਦਾ ਹੈ। ਸੋ ਭਾਈ ਸਾਹਿਬ ਜੀ ਕਹਿੰਦੇ ਇਹੋ ਜਿਹੇ ਹਾਲਾਤ ਦੁਨੀਆ ਦੇ ਵਿੱਚ, ਕੋਈ ਪੂਜੈ ਚੰਦ ਸੂਰ ਕੋਈ ਧਰਤ ਆਕਾਸ਼ ਮਨਾਵੇ। ਕਹਿੰਦੇ ਕੋਈ ਸੂਰਜ ਨੂੰ ਪੂਜਦਾ ਪਿਆ, ਕੋਈ ਧਰਤੀ ਨੂੰ ਪੂਜਦਾ ਪਿਆ। ਇੱਦਾਂ ਹੀ ਹੈ ਨਾ ਜੀ, ਬਾਬੇ ਨਾਨਕ ਨੇ ਉਹ ਜਦੋਂ ਹਰਿਦੁਆਰ ਗਏ ਤੇ ਸੂਰਜ ਨੂੰ ਪਾਣੀ ਦਿੱਤਾ ਜਾ ਰਿਹਾ ਸੀ, ਤੇ ਗੁਰੂ ਸਾਹਿਬ ਨੇ ਉੱਥੇ ਰੁਕੇ, ਉਹਨਾਂ ਨੂੰ ਲੋਕਾਂ ਨੂੰ ਸਮਝਾਇਆ ਕਿ ਨਹੀਂ, ਇੱਦਾਂ ਨਹੀਂ, ਕਿ ਕਹਾਣੀ ਬਣਦੀ। ਚੰਦਰਮਾ ਦੀ ਪੂਜਾ, ਧਰਤੀ ਮਾਤਾ ਦੀ ਪੂਜਾ, ਧਰਤੀ ਨੂੰ ਮਾਤਾ ਕਹਿ ਕੇ ਉਹਦੀ ਪੂਜਾ। ਆਕਾਸ਼ ਦੇ ਵਿੱਚ ਰਹਿਣ ਵਾਲੇ, ਆਕਾਸ਼ ਮਨਾਵੇ ਦਾ ਮਤਲਬ ਹੈ ਆਕਾਸ਼ ਦੇ ਵਿੱਚ ਇਹ ਇਮੈਜਿਨ ਕਰ ਲਿਆ ਕਿ ਦੇਵਤੇ ਨੇ ਜੀ, ਤੇ ਉਹਨਾਂ ਦੇਵਤਿਆਂ ਦੀ ਪੂਜਾ। ਕਈ ਦੇਵਤੇ ਨੇ, ਇੱਕ ਨਹੀਂ ਕਈ ਦੇਵਤਿਆਂ ਦੀ ਪੂਜਾ ਹੋਣੀ ਸ਼ੁਰੂ ਹੋ ਗਈ ਜੀ। ਤੇ ਪੌਣ ਪਾਣੀ ਦਾ ਸੰਤਰੋ ਧਰਮਰਾਜ ਕੋਈ ਤ੍ਰਿਪਤਾ, ਕੋਈ ਹਵਾ ਪੌਣ ਦੇਵਤਾ, ਕੋਈ ਅਗਨੀ ਦੇਵਤਾ, ਕੋਈ ਕੀ ਹੈ ਜੀ ਪਾਣੀ ਜਲ ਦੇਵਤਾ, ਫਿਰ ਧਰਮਰਾਜ। ਸਾਰਿਆਂ ਦੀ ਪੂਜਾ ਚੱਲਦੀ ਪਈ ਹੈ। ਕੋਈ ਧਰਮਰਾਜ ਤ੍ਰਿਪਤਾਵੇ ਦਾ ਮਤਲਬ ਹੈ ਕਿ ਧਰਮਰਾਜ ਨੂੰ ਪ੍ਰਸੰਨ ਕਰਨ ਦੇ ਵਿੱਚ ਲੱਗਾ ਪਿਆ ਹੈ ਕਿ ਮੈਂ ਜਦੋਂ ਇਸ ਦੁਨੀਆ ਤੋਂ ਜਾਣਾ। ਦਾਨ ਪੁੰਨ ਇਸੇ ਕਰਕੇ ਤੇ ਕੀਤਾ ਜਾਂਦਾ ਹੈ। ਕਾਹਦੇ ਵਾਸਤੇ ਕਰਦੇ ਹੋ? ਕਿਸੇ ਦਾ ਭਲਾ ਕਰਨ ਵਾਸਤੇ ਥੋੜ੍ਹੀ ਨਾ ਕੀਤਾ ਜਾ ਰਿਹਾ, ਉਹ ਆਪਣੇ ਭਲੇ ਵਾਸਤੇ ਕੀਤਾ ਜਾ ਰਿਹਾ ਕਿ ਮੈਂ ਹੁਣ ਇੱਥੇ ਦਾਨ ਕਰਾਂ ਤੇ ਅੱਗੇ ਜਾ ਕੇ ਧਰਮਰਾਜ ਦੇ ਕੋਲ ਜਾ ਕੇ ਮੈਨੂੰ ਕਿਤੇ ਸਜ਼ਾ ਨਾ ਮਿਲੇ। ਇਸ ਕਰਕੇ ਇੱਥੇ ਇਨਸਾਨ ਜਿਹੜਾ ਨਾ ਡਰਦਾ ਹੋਇਆ ਦਾਨ ਕਰਦਾ ਪਿਆ, ਡਰਦਾ ਹੋਇਆ ਦਾਨ ਕਰਦਾ ਪਿਆ। ਇਹਦਾ ਮਤਲਬ ਇਹ ਨਾ ਸਮਝ ਲਿਓ ਕਿ ਜਿੰਨਾ ਵੀ ਇੱਥੇ ਆਪਾਂ ਸੇਵਾ ਕਰਦੇ ਉਹ ਸੇਵਾ ਦੇ ਵਿੱਚ ਤੇ ਦਾਨ ਦੇ ਵਿੱਚ ਫਰਕ ਹੈ। ਦਾਨ ਜਿਹੜੇ ਤੀਰਥਾਂ ਤੇ ਜਾ ਕੇ ਦਿੱਤਾ ਜਾਂਦਾ ਹੈ, ਉਹ ਪੰਡਿਤ ਜੀ ਕਹਿੰਦੇ ਨੇ ਕਿ ਤੂੰ ਫਲਾਣੇ ਤੀਰਥ 'ਚ ਜਾ ਕੇ ਇਸ਼ਨਾਨ ਕਰਨਾ ਤੇ ਉੱਥੇ ਜਾ ਕੇ ਦਾਨ ਕਰਨਾ ਹੈ। ਦਾਨ ਕਿਹਨੂੰ ਕਰਨਾ? ਗਰੀਬ ਨੂੰ ਥੋੜ੍ਹੀ ਨਾ ਕਰਨਾ ਹੈ, ਨਾ ਗਰੀਬ ਨੂੰ ਨਹੀਂ ਕਰਨਾ, ਪੰਡਿਤ ਨੂੰ ਦਾਨ ਕਰਨਾ, ਪੰਡਿਤ ਨੂੰ ਦਾਨ ਕਰਨਾ। ਇਹ ਜਿਹੜਾ ਦਾਨ ਹੈ ਨਾ, ਉਹ ਇਹ ਭੁਲੇਖਾ ਪਾ ਦਿੱਤਾ ਕਿ ਇੱਥੇ ਦਾਨ ਕਰੇਗਾ ਅੱਗੇ ਤੂੰ ਬਚ ਜਾਏਗਾ, ਪਰ ਜੇ ਇੱਥੇ ਦਾਨ ਨਾ ਕੀਤਾ ਤੇ ਅੱਗੇ ਕਹਾਣੀ ਵਿਗੜ ਜਾਣੀ ਹੈ। ਸੋ ਇਸ ਕਰਕੇ ਡਰ ਦਾ ਮਾਰਾ ਉਹ ਦਾਨ ਪੁੰਨ ਕਰਦਾ ਹੈ ਜੀ।
ਲਾਸਟ ਪੰਕਤੀ ਦੇ ਵਿੱਚ ਭਾਈ ਸਾਹਿਬ ਨੇ ਕਹਿ ਦਿੱਤਾ, ਫੋਕਟ ਧਰਮੀ ਭਰਮ ਭੁਲਾਵੈ। ਧਰਮ ਦੀ ਇਨਸਾਨ ਨੂੰ ਸਮਝ ਕੋਈ ਨਹੀਂ ਕਿ ਅਸਲ ਦੇ ਵਿੱਚ ਧਰਮ ਹੈ। ਬਸ ਧਰਮ ਦੇ ਜਿਹੜੇ ਠੇਕੇਦਾਰ ਸੀ ਉਹਨਾਂ ਨੇ ਜਿਸ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਫਸਾ ਦਿੱਤਾ, ਲੋਕ ਈਜ਼ਲੀ ਫਸ ਗਏ, ਈਜ਼ਲੀ ਫਸ ਗਏ। ਮੈਂ ਅਕਸਰ ਕਿਹਾ ਕਰਦਾ ਜੀ ਕਿ ਇੱਕ ਧਾਰਮਿਕ ਲੀਡਰ ਬਣ ਜਾਣਾ, ਇੱਕ ਧਾਰਮਿਕ ਲੀਡਰ ਬਣ ਜਾਣਾ ਐਸਾ ਬਿਜ਼ਨਸ ਹੈ ਜਿਹਦੇ ਵਿੱਚ ਲਾਸ ਹੈ ਹੀ ਕੋਈ। ਤੁਹਾਨੂੰ ਕੁਛ ਇਨਵੈਸਟ ਨਹੀਂ ਕਰਨਾ ਪੈਣਾ, ਬਸ ਇੰਨਾ ਕੁ ਹੈ ਕਿ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਬਹਿਣਾ ਪੈਣਾ ਕੁਝ ਸਮਾਂ, ਬਸ ਹੋਰ ਕੁਛ ਨਹੀਂ। ਤੇ ਜੋ ਤੁਸੀਂ ਕਹਿ ਦਿੱਤਾ ਉਹ ਭਾਵੇਂ ਸਿਰੇ ਦਾ ਝੂਠ ਹੋਵੇ, ਉਹ ਬਿਲਕੁਲ ਸੱਚ ਸਮਝ ਕੇ ਲੋਕਾਂ ਨੇ ਐਜ਼ ਇਟ ਇਜ਼ ਮੰਨੀ ਜਾਣਾ। ਕਹਾਣੀ ਇੰਨੀ ਕੁ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੀ ਲੋਕ ਫਸ ਗਏ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ, ਤੇ ਐਸੇ ਫਸੇ ਨੇ ਕਿ ਅੱਜ ਤੱਕ ਨਹੀਂ ਨਿਕਲ ਪਾਏ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 239 ਸਾਲਾਂ ਦਾ ਸਮਾਂ ਗੁਰੂ ਸਾਹਿਬਾਂ ਨੇ ਕੱਢਿਆ ਜੀ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ। ਨਿਕਲੇ ਲੋਕ, ਇਹ ਨਹੀਂ ਕਿ ਨਿਕਲੇ ਨਹੀਂ, ਨਿਕਲੇ ਵੱਡੀ ਗਿਣਤੀ ਦੇ ਵਿੱਚ ਨਿਕਲੇ। ਪਰ ਜਿਵੇਂ ਜਿਵੇਂ ਫਿਰ ਜੋ ਹਾਲ ਮਹਾਤਮਾ ਬੁੱਧ ਦਾ ਸੀ ਨਾ, ਜਦੋਂ ਪ੍ਰੀਜ਼ਨ ਹੋਇਆ ਤੇ ਉਹਨਾਂ ਨੇ ਪ੍ਰਚਾਰ ਕੀਤਾ, ਲੋਕ ਬੜੇ ਜੁੜੇ ਉਹਨਾਂ ਦੇ ਨਾਲ। ਪਰ ਜਦੋਂ ਵੇਖਿਆ ਕਿ ਇਹ ਤੇ ਜੀ ਸਾਡੇ ਧਰਮ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਜੁੜ ਜਾਂਦਾ, ਫਿਰ ਉਹਨੂੰ ਵੀ ਆਪਣਾ ਹੀ ਸਾਬਤ ਕਰ ਦਿੱਤਾ ਕਿ ਸਾਡਾ ਹੀ ਹੈ। ਸੇਮ ਇਸੇ ਤਰ੍ਹਾਂ ਹੀ ਹੈ ਜੀ, ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਕਿ ਇਹ ਕੰਮ ਨਹੀਂ ਕਰਨੇ, ਸਮਝੇ ਲੋਕ। ਪਰ ਜਦੋਂ ਗੁਰੂ ਸਾਹਿਬਾਂ ਦਾ ਸਮਾਂ ਜਿਹੜਾ ਉਹ ਲੰਘਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ, ਫਿਰ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ, ਫਿਰ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ। ਉੱਥੋਂ ਤੱਕ ਤਾਂ ਠੀਕ ਸੀ, ਥੋੜ੍ਹਾ ਹੁਣ ਕੰਮ ਸ਼ੁਰੂ ਹੋ ਗਿਆ ਸੀ ਵੈਸੇ, ਉੱਥੋਂ ਤੱਕ ਤਾਂ ਠੀਕ ਸੀ। ਪਰ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਨਿਕਲਦਾ ਹੈ, ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਨਾ ਉਹ ਉਦਾਸੀਆਂ ਦੇ ਕੋਲ, ਨਿਰਮਲਿਆਂ ਦੇ ਕੋਲ ਚਲਿਆ ਜਾਂਦਾ ਹੈ। ਫਿਰ ਉੱਥੇ ਹੀ ਕਹਾਣੀ ਵਾਪਸ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਦਾਸੀ ਤੇ ਨਿਰਮਲੇ ਐਸੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਵੇਦਾਂ ਗ੍ਰੰਥਾਂ ਨੂੰ ਪੂਰੀ ਤਰ੍ਹਾਂ ਪੜ੍ਹਿਆ ਹੈ ਤੇ ਉਹਨਾਂ ਦੇ ਅਕੋਰਡਿੰਗਲੀ ਹੀ ਉਹ ਆਪਣੀ ਜ਼ਿੰਦਗੀ ਜੀਉਂਦੇ ਨੇ, ਤੇ ਉਹਨਾਂ ਦਾ ਹੀ ਪ੍ਰਚਾਰ ਫਿਰ ਗੁਰੂ ਘਰਾਂ ਦੇ ਵਿੱਚ, ਉਹਨਾਂ ਦੀ ਹੀ ਮਰਿਆਦਾ ਫਿਰ ਗੁਰੂ ਘਰਾਂ ਦੇ ਵਿੱਚ ਲਾਗੂ ਹੋਣ ਲੱਗ ਪਈ, ਤੇ ਉਹੀ ਫਿਰ ਵਹਿਮ ਭਰਮ ਵਾਪਸ ਆਉਣੇ ਸ਼ੁਰੂ ਹੋ ਗਏ ਜਿੱਥੋਂ ਗੁਰੂ ਸਾਹਿਬਾਂ ਨੇ ਸਾਨੂੰ ਬਾਹਰ ਕੱਢਿਆ ਸੀ। ਸੋ ਭਾਈ ਸਾਹਿਬ ਦੀ ਲਾਸਟ ਪੰਕਤੀ 'ਚ ਕਹਿੰਦੇ ਨੇ, ਫੋਕਟ ਧਰਮੀ ਭਰਮ ਭੁਲਾਵੈ। ਇਹਨਾਂ ਧਰਮ ਦੇ ਨਾਂ ਦੇ ਉੱਤੇ ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਇਨਸਾਨ ਜਿਹੜੇ ਨੇ ਨਾ ਉਹ ਭੁੱਲ ਗਏ, ਕੁਰਾਹੇ ਪੈ ਗਏ, ਤੇ ਕੁਰਾਹੇ ਪੈਣ ਕਰਕੇ ਇਹ ਆਪਣੀ ਇਸ ਜ਼ਿੰਦਗੀ ਨੂੰ ਅਜਾਈਂ ਗਵਾਉਣ ਲੱਗੇ। ਸੋ ਇਹ ਗੱਲ ਭਾਈ ਸਾਹਿਬ ਜੀ ਨੇ ਇਹਨਾਂ ਦੋਨਾਂ ਪੌੜੀਆਂ ਦੇ ਵਿੱਚ ਸਾਨੂੰ ਸਮਝਾਈ ਹੈ ਕਿ ਜਦੋਂ ਸਮਾਂ ਚੇਂਜ ਹੋਇਆ, ਇਨਸਾਨ ਦੀ ਸੋਚ ਚੇਂਜ ਹੋ ਗਈ, ਪਾਪ ਭ੍ਰਿਸ਼ਟਾਚਾਰ ਵੱਧ ਗਏ ਇਸ ਦੁਨੀਆ ਦੇ ਵਿੱਚ, ਤੇ ਗੁਰੂ ਫਿਰ ਆਉਂਦਾ ਹੈ ਦੁਨੀਆ ਦੇ ਵਿੱਚ ਤੇ ਸੱਚ ਦਾ ਮਾਰਗ ਦਿਖਾਉਂਦਾ ਹੈ। ਉਹਦੇ ਬਾਵਜੂਦ ਵੀ ਕੀ ਹੁੰਦਾ ਹੈ ਕਿ ਜਦੋਂ ਲੋਕ ਫਿਰ ਵਹਿਮਾਂ ਭਰਮਾਂ ਦੇ ਵਿੱਚ ਐਸੇ ਫਸ ਜਾਂਦੇ ਨੇ, ਉਹਨਾਂ ਦੇ ਵਿੱਚੋਂ ਨਿਕਲਣਾ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਹੈ। ਤੇ ਉਹੀ ਐਜ਼ ਇਟ ਇਜ਼ ਕਰਮ ਪੀੜ੍ਹੀ ਬਾਏ ਪੀੜ੍ਹੀ ਕਰੀ ਜਾਂਦੇ ਨੇ। ਇੱਕ ਮੰਨ ਲਓ ਮੇਰਾ ਦਾਦਾ ਜੀ ਪੜਦਾਦਾ ਜੀ ਕੋਈ ਕੰਮ ਕਰਦੇ ਸੀ ਧਰਮ ਦੇ ਨਾਂ ਦੇ ਉੱਤੇ, ਮੇਰੇ ਦਾਦੇ ਨੇ ਕਰਨਾ ਸ਼ੁਰੂ ਕੀਤਾ, ਮੇਰੇ ਪਿਤਾ ਜੀ ਨੇ ਕਰਨਾ ਸ਼ੁਰੂ ਕੀਤਾ। ਹੁਣ ਮੈਨੂੰ ਪਤਾ ਲੱਗ ਗਿਆ ਕਿ ਇਹ ਕੰਮ ਤਾਂ ਠੀਕ ਨਹੀਂ ਹੈ, ਮੈਨੂੰ ਪਤਾ ਕਿ ਠੀਕ ਨਹੀਂ ਹੈ, ਪਰ ਮੈਂ ਵੀ ਕਰਨ ਲੱਗ ਪਿਆ। ਚਲੋ ਕਰਦੇ ਪਏ ਸੀ, ਕਰੀ ਹੈ। ਹੁਣ ਮੇਰਾ ਫਰਜ਼ ਕੀ ਬਣਦਾ ਸੀ, ਜੇ ਠੀਕ ਨਹੀਂ ਤਾਂ ਮੈਂ ਰੁਕ ਜਾ, ਪਰ ਨਹੀਂ ਜੀ, ਮੇਰੇ ਦਾਦਾ ਜੀ ਕਰਦੇ ਸੀ, ਮੇਰੇ ਪੜਦਾਦਾ ਜੀ ਕਰਦੇ ਸੀ, ਇਸ ਕਰਕੇ ਮੈਂ ਬਸ ਇਸੇ ਕਰਕੇ ਜੀ ਇਹ ਜਿਹੜੇ ਕੰਮ ਨੇ ਅਜੇ ਤੱਕ ਚੱਲਦੇ ਪਏ ਨੇ। ਗੁਰੂ ਕਿਰਪਾ ਕਰੇ। ਜਿਹੜੀ ਗੱਲ ਭਾਈ ਸਾਹਿਬ ਜੀ ਨੇ ਸਮਝਾਈ ਹੈ ਕਿ ਗੁਰੂ ਸਾਡੇ ਜੀਵਨ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਸੂਰਜ, ਗਿਆਨ ਦਾ ਸੂਰਜ